ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿਉਂਕਿ ਅਸੀਂ ਬਹੁਤ ਵਾਰੀ ਗੁਰਬਾਣੀ ਜਿਹੜੀ ਆ ਅਸੀਂ ਪੜ੍ਹਦੇ ਆ, ਸਮਝਦੇ ਆ ਉਹਨੂੰ, ਬਟ ਉਹਨੂੰ ਜੀਵਨ ਦੇ ਵਿੱਚ ਕਿੱਦਾਂ ਲਾਗੂ ਕਰਨਾ ਹੈ ਤੇ ਕਿਵੇਂ ਸਾਨੂੰ ਗੁਰਬਾਣੀ ਸੇਧ ਦਿੰਦੀ ਆ ਮੌਕੇ ਤੇ, ਉਹ ਅਸੀਂ ਕਿਸੇ ਦੇ ਐਕਸਪੀਰੀਅੰਸ ਨੂੰ ਸੁਣ ਕੇ, ਉਹਨਾਂ ਦੇ ਰਸਤੇ ਨੂੰ ਸੁਣ ਕੇ ਹੀ ਸਮਝ ਸਕਦੇ ਆ। ਉਹਨਾਂ ਨੂੰ ਸਵਾਲ ਪੁੱਛ ਕੇ ਆਪਣੇ ਡਾਊਟਸ ਕਲੀਅਰ ਹੁੰਦੇ ਕਿ ਪ੍ਰੈਕਟੀਕਲੀ ਗੁਰਬਾਣੀ ਜਿਹੜੀ ਆ ਉਹ ਸਾਨੂੰ ਕਿਵੇਂ ਲੀਡ ਕਰਦੀ ਹੈ। ਸੋ ਇਟਸ ਵੈਰੀ ਗੁੱਡ ਕਿ ਜਿਹੜੇ ਆਲਰੇਡੀ ਇਸ ਫੀਲਡ ਦੇ ਵਿੱਚ ਐਕਸਪਰਟ ਨੇ, ਜਿਹੜੇ ਗੁਰਬਾਣੀ ਦੇ ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ, ਆਪਣੀ ਪਰਸਨਲ ਲਾਈਫ ਨੂੰ ਜੀਂਦੇ ਆ, ਉਹਨਾਂ ਨੂੰ ਪੁੱਛ ਕੇ ਉਹਨਾਂ ਤੋਂ ਸੇਧ ਲਈ ਜਾਏ। ਸਰਦਾਰ ਅਵਨੀਤ ਸਿੰਘ ਨੂੰ ਇੱਥੇ ਬਹੁਤ ਕਈ ਬੱਚੇ ਜਾਣਦੇ ਵੀ ਹੋਣਗੇ, ਕਈਆਂ ਵਾਸਤੇ ਨਵੇਂ ਹੋਣਗੇ। ਹੀ ਇਜ਼ ਵਨ ਅਮੰਗ ਦ ਫੇਵਰੇਟ ਐਂਡ ਫੇਮਸ। ਬਾਕੀ ਉਹਨਾਂ ਬਾਰੇ ਮੈਂ ਇੰਟਰੋਡਿਊਸ ਕਰ ਦੇਵਾਂ। ਉਹ ਇਸ ਟਾਈਮ ਕਰੰਟਲੀ ਹੀ ਇਜ਼ ਐਨ ਐਂਟਰਪ੍ਰੀਨਿਓਰ। ਉਹ ਆਪਣਾ ਕੰਮ ਕਰਦੇ ਨੇ। ਹੀ ਇਜ਼ ਵਰਕਿੰਗ ਐਜ਼ ਅ CA ਚਾਰਟਰਡ ਅਕਾਊਂਟੈਂਟ, ਉਹਨਾਂ ਦਾ ਪ੍ਰੋਫੈਸ਼ਨ ਹੈਗਾ ਆ। ਆਈ ਸ਼ੇਅਰਡ ਦ ਸਕਰੀਨ, ਤੁਹਾਨੂੰ ਸਭ ਨੂੰ ਦਿਖ ਵੀ ਰਿਹਾ ਹੋਣਾ। ਉਹਨਾਂ ਨੇ ਹੀ ਵਰਕਡ ਐਜ਼ ਅ ਕੰਸਲਟੈਂਟ ਵਿਦ ਵਰਲਡ ਬੈਂਕ ਐਂਡ ਫੋਰਚੂਨ 100 ਕੰਪਨੀ, ਤੇ ਹੁਣ ਇਸ ਟਾਈਮ ਤੇ ਆਪਣਾ ਕੰਮ ਚਲਾ ਰਹੇ ਨੇ। ਹੀ ਇਜ਼ ਐਨ ਐਂਟਰਪ੍ਰੀਨਿਓਰ। He is certified as a Green Belt Six Sigma and Master Coach by Trinity Home UK, Financial Re-engineering Expert. So ਤੇ ਮਤਲਬ ਬਹੁਤ ਥੋੜਾ ਜਿਹਾ ਕੁਛ ਹੈਗਾ ਉਹਨਾਂ ਬਾਰੇ। It's just a little bit of it. It's not everything. He is much more than that. ਅਵਨੀਤ ਵੀਰ ਜੀ ਨੂੰ ਜੇ ਮੈਨੂੰ ਕਿਹਾ ਗਿਆ ਹੈ ਕਿ ਮੈਂ ਉਹਨਾਂ ਨੂੰ ਇੰਟਰੋਡਿਊਸ ਕਰਾਂ, ਤੇ ਮੈਂ ਤੇ ਆਈ ਡੋਂਟ ਥਿੰਕ ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਇੰਟਰੋਡਿਊਸ ਕਰ ਸਕਦੀ ਹਾਂ, ਬਿਕੋਜ਼ ਇੱਕ ਟਾਈਮ ਸੀਗਾ, ਮੈਨੂੰ ਸਟਿਲ ਰਿਮੈਂਬਰ, ਜਦੋਂ ਜਿੰਨੇ ਹੁਣ ਸਾਡੇ ਕੋਲ ਤੁਸੀਂ ਸਾਰੇ ਸਟੂਡੈਂਟਸ ਬੈਠੇ ਹੋ, ਜਿਸ ਏਜ ਤੇ ਮੈਂ ਇੰਨੀ ਕੀ ਸੀ, ਤੇ ਜਦੋਂ ਮੈਂ ਬਿਲਕੁਲ ਤੁਹਾਡੀ ਸਟੇਜ ਤੇ ਸੀ, ਤੇ ਜਦੋਂ ਮੈਨੂੰ ਇੱਕ ਮੌਕੇ ਤੇ ਅਵਨੀਤ ਵੀਰ ਜੀ ਏਦਾਂ ਹੀ ਸਮਝਾਉਂਦੇ ਸੀ, ਉਹਨਾਂ ਨੇ ਪੜ੍ਹਾਇਆ, ਸਿਖਾਇਆ, ਐਂਡ ਟਿਲ ਡੇਟ ਉਹਨਾਂ ਦੀਆਂ ਗੱਲਾਂ ਮੇਰੇ ਨਾਲ ਨੇ। ਐਂਡ ਮੈਂ ਇਸ ਗੱਲ 'ਚ ਬਿਲਕੁਲ ਵੀ ਝੂਠ ਨਹੀਂ ਹੋਏਗਾ, ਕੋਈ ਵੀ ਐਗਜ਼ੈਜਰੇਸ਼ਨ ਨਹੀਂ ਹੋਏਗੀ ਜੇ ਮੈਂ ਕਹਾਂ ਕਿ ਮੈਨੂੰ ਉਹਨਾਂ ਦੀਆਂ ਗੱਲਾਂ ਜ਼ਿੰਦਗੀ ਦੇ ਹਰ ਨਿੱਕੇ ਮੋੜ ਤੇ ਯਾਦ ਆਉਂਦੀਆਂ ਨੇ, ਕਿ ਨਹੀਂ ਵੀਰ ਜੀ ਨੇ ਏਦਾਂ ਕਿਹਾ ਸੀ ਤੇ ਮੈਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਆ, ਆਹ ਗੱਲ ਏਦਾਂ ਕਰਨੀ ਚਾਹੀਦੀ ਆ। ਸੋ ਇੱਕ ਰੋਲ ਮਾਡਲ ਦੀ ਤਰ੍ਹਾਂ ਵੀ ਹੈਗੇ ਆ ਸਾਡੇ ਵਾਸਤੇ। ਟੂ ਟਾਕ ਅਬਾਊਟ ਹਿਸ ਪਰਸਨਲ ਲਾਈਫ, ਬਹੁਤ ਸਾਰਿਆਂ ਨੂੰ ਪਤਾ ਹੋਣਾ ਆ, ਸਰਦਾਰ ਗੁਰਬੀਰ ਸਿੰਘ ਜੀ ਪਿਤਾ ਜੀ, ਸਾਰਿਆਂ ਦੇ ਪਿਤਾ ਜੀ, ਸਾਰੇ ਪਿਤਾ ਜੀ ਕਹਿੰਦੇ ਸੀ। ਅਵਨੀਤ ਵੀਰ ਜੀ ਦੇ ਪਿਤਾ ਜੀ ਨੇ ਉਹ, ਤੇ ਮਾਤਾ ਜੀ ਹਰਦੀਪ ਕੌਰ। ਉਹ ਸਿਰਫ ਉਹ ਇੰਨੇ ਪਿਆਰੇ ਆ ਦੋਵੇਂ ਕਿ ਉਹ ਸਿਰਫ ਉਹਨਾਂ ਦੇ ਮਾਤਾ ਪਿਤਾ ਨਹੀਂ ਆ, ਉਹ ਮਤਲਬ ਸਾਡੇ ਵੀ ਪੇਰੈਂਟਸ ਨੇ। I'm getting a little emotional in that, but they're wonderful. ਤੇ ਅਵਨੀਤ ਵੀਰ ਜੀ ਉਹਨਾਂ ਦੇ ਰੱਖ ਰਖਾਵ ਵਿੱਚ, ਉਹਨਾਂ ਦੇ ਹੀ ਔਰਾ, ਤਾਂ ਕਰਕੇ ਜੇ ਉਹਨਾਂ ਨੂੰ ਇਹ ਸਵਾਲ ਕੀਤਾ ਜਾਏ ਕਿ ਤੁਸੀਂ ਗੁਰਬਾਣੀ ਨਾਲ ਕਦੋਂ ਤੋਂ ਜੁੜੇ ਹੋ, ਤੇ ਸ਼ਾਇਦ ਜਨਮ ਤੋਂ ਪਹਿਲਾਂ ਤੋਂ ਜੁੜੇ ਨੇ। ਉਹ ਸਦਾ ਹੀ ਗੁਰਬਾਣੀ ਦੇ ਵਿੱਚ ਹੀ ਵੱਡੇ ਹੋਏ ਨੇ। ਉਹਨਾਂ ਦੇ ਪੇਰੈਂਟਸ ਏਦਾਂ ਦੇ ਸੀਗੇ, ਮਤਲਬ ਉਹਨਾਂ ਦੇ ਪੇਰੈਂਟਸ ਏਦਾਂ ਦੇ ਹੈਗੇ ਨੇ। ਐਂਡ ਅਵਨੀਤ ਵੀਰ ਜੀ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਮਿਸ਼ਨਰੀ ਕਾਲਜ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ। ਗੁਰਬਾਣੀ ਦੀਆਂ ਕਲਾਸਾਂ, ਕੀਰਤਨ ਦੀਆਂ ਕਲਾਸਾਂ, ਪ੍ਰੈਜ਼ੈਂਟੇਸ਼ਨਸ ਦੇਣੀਆਂ, ਮੋਟੀਵੇਸ਼ਨਲ ਲੈਕਚਰਸ ਦੇਣੇ, ਕੈਂਪਸ ਦੇਣੇ। ਚਨਾਲੋਂ ਵੀ ਕੈਂਪਸ ਚੱਲਦਾ, ਜਿੱਥੇ ਵੀ ਉਹਨਾਂ ਦੀ ਲੋੜ ਹੁੰਦੀ ਹੈ, ਜਿੱਥੇ ਵੀ ਉਹਨਾਂ ਨੂੰ ਬੁਲਾਇਆ ਜਾਂਦਾ, ਹੀ ਇਜ਼ ਆਲਵੇਜ਼ ਦੇਅਰ। ਹੀ ਇਜ਼ ਆਲਵੇਜ਼ ਦੇਅਰ ਫॉर ਮਿਸ਼ਨਰੀ ਕਾਲਜ, ਹੀ ਇਜ਼ ਆਲਵੇਜ਼ ਦੇਅਰ ਜਿੱਥੇ ਵੀ ਗੁਰਬਾਣੀ ਦੀ ਲੋੜ ਹੋਵੇ। ਸੋ ਮੈਂ ਆਪਣੇ ਇੱਕ ਨਿੱਕੀ ਜਿਹੀ ਇੰਟਰੋਡਕਸ਼ਨ ਦੇ ਵਿੱਚ ਮੈਂ ਨਹੀਂ ਦੱਸ ਸਕਦੀ ਕਿ ਉਹ ਕਿੱਥੇ ਨੇ। ਸੋ ਹੀ ਇਜ਼ ਆਲ ਓਵਰ। ਸੋ ਮੈਨੂੰ ਲੱਗਦਾ ਇਟਸ ਅ ਬਿਊਟੀਫੁਲ ਪਲੇਟਫਾਰਮ ਕਿ ਇੱਕ ਇਹੋ ਜਿਹੇ ਪ੍ਰੋਫੈਸ਼ਨਲ ਨੂੰ, ਇੱਕ ਇਹੋ ਜਿਹੇ ਪਰਸਨਲ ਲਾਈਫ ਦੇ ਬੰਦੇ ਨੂੰ ਆਪਾਂ ਇੱਥੇ ਇਨਵਾਈਟ ਕੀਤਾ ਹੈ, ਜਿਨ੍ਹਾਂ ਤਾਂ ਦੋਵੇਂ ਚੀਜ਼ਾਂ ਬਹੁਤ ਪੈਰਲਲੀ ਚੱਲ ਰਹੀਆਂ ਨੇ। ਉਹ ਆਪਣੇ ਪ੍ਰੋਫੈਸ਼ਨਲ ਲਾਈਫ ਵਿੱਚ ਵੀ ਗੁਰਬਾਣੀ ਦੇ ਆਧਾਰ ਤੇ ਹੀ ਚੱਲਦੇ ਨੇ, ਤੇ ਆਪਣੇ ਪਰਸਨਲ ਲਾਈਫ ਦੇ ਵਿੱਚ ਵੀ ਉਦਾਂ ਹੀ ਚੱਲ ਰਹੇ ਨੇ। ਸੋ ਇਟਸ ਅ ਪਰਫੈਕਟ ਬੈਲੈਂਸ ਹੀ ਇਜ਼ ਮੇਕਿੰਗ। ਤੇ ਆਪਾਂ ਉਹਨਾਂ ਨਾਲ ਆਹੀ ਗੱਲਬਾਤ ਕਰਨੀ ਹੈ ਕਿ ਉਹਨਾਂ ਨੂੰ ਕਿੱਦਾਂ ਉਹਨਾਂ ਨੇ ਆਪਣੇ ਲਾਈਫ ਦੇ ਵਿੱਚ ਕਿਹੜੇ ਡਿਸੀਜਨਸ ਲਏ, ਕਿਹੜੇ ਮੋੜ ਆਏ, ਕਿੱਥੇ ਗੁਰਬਾਣੀ ਦੀ ਓਟ ਆਸਰਾ ਲਿਆ, ਕਿਹੜੇ ਲੈਸਨਸ ਉਹਨਾਂ ਦੇ ਇਹੋ ਜਿਹੇ ਨੇ ਜਿਹੜੇ ਉਹਨਾਂ ਨੂੰ ਮੌਕੇ ਤੇ ਯਾਦ ਆਉਂਦੇ ਨੇ, ਯਾਦ ਆਪਣੇ ਆਪ ਨੂੰ ਉਹ ਕਰਵਾਉਂਦੇ ਵੀ ਨੇ, ਤਾਂ ਕਿ ਆਪਾਂ ਉਹਨਾਂ ਤੋਂ ਉਹ ਲੈ ਲਈਏ, ਉਹ ਜਿਸਟ, ਉਹ ਕ੍ਰਕਸ ਲੈ ਲਈਏ। ਤੇ ਜਿਹੜਾ ਬੰਦਾ ਐਕਸਪੀਰੀਅੰਸਡ ਹੁੰਦਾ, ਉਹਦੇ ਮੂੰਹ ਦੀਆਂ ਗੱਲਾਂ ਨਿਕਲੀਆਂ ਯਾਦ ਰਹਿ ਜਾਂਦੀਆਂ ਨੇ। ਵਾਈ ਐਮ ਸੇਇੰਗ ਦੈਟ, ਕਿਉਂਕਿ ਇਹ ਮੇਰੀ ਆਪਣੀ ਪਰਸਨਲ ਐਕਸਪੀਰੀਅੰਸ ਹੈ। ਜੋ ਉਹਨਾਂ ਨੇ ਸਮਝਾਇਆ, ਕਿਹਾ, ਬਾਣੀ ਦੇ ਆਧਾਰ ਤੇ ਕਿਹਾ, ਭਾਵੇਂ ਮੈਨੂੰ ਉਹ ਬਾਣੀ ਦੀਆਂ ਤੁਕਾਂ ਐਗਜ਼ੈਕਟਲੀ ਭੁੱਲ ਗਈਆਂ, ਨਹੀਂ ਯਾਦ, ਬਟ ਜੋ ਸਮਝਾਇਆ ਉਹ ਯਾਦ ਹੈ। ਤੇ ਲਾਈਫ ਵਿੱਚ, ਕਿਉਂਕਿ ਅਜੇ ਤਾਂ ਤੁਸੀਂ ਜਿਹੜੇ ਸਟੂਡੈਂਟਸ ਹੋ, ਤੁਹਾਡੀ ਬਹੁਤ, ਯੂ ਆਰ ਵੈਰੀ ਯੰਗ, ਬੜੀ ਇਨੀਸ਼ੀਅਲ ਸਟੇਜ ਤੇ ਹੈਗੇ ਹੋ, ਬਟ ਲਾਈਫ ਦੇ ਵਿੱਚ
ਬਹੁਤ ਹੀ ਇਹੋ ਜਿਹੇ ਉਤਾਰ ਚੜਾਵ, ਇਹੋ ਜਿਹੇ ਟਫ ਡਿਸੀਜਨਸ ਆ ਜਾਂਦੇ ਨੇ ਜਿੱਥੇ ਬਹੁਤ ਔਖਾ ਹੋ ਜਾਂਦਾ ਹੈ, ਤੇ ਇੰਨਾ ਔਖਾ ਹੋ ਜਾਂਦਾ ਕਿ ਅਸੀਂ ਆਪਣੇ ਤੋਂ ਬਾਹਰ ਨਿਕਲ ਕਿ ਕਿਸੇ ਦੀ ਹੈਲਪ ਵੀ ਨਹੀਂ ਲੈ ਸਕਦੇ। ਉਦੋਂ ਸਿਰਫ ਮਦਦ ਕਰਦਾ ਕਿ ਇੱਕ ਆਪਣਾ ਆਪ, ਇੱਕ ਸਾਡਾ ਗੁਰੂ, ਕਿ ਅਸੀਂ ਹੁਣ ਆਪਣਾ ਉਦਮ ਕਿਹੜੀ ਡਾਇਰੈਕਸ਼ਨ ਵੱਲ ਲੈ ਕੇ ਜਾਣਾ ਹੈ। ਨੋਬਡੀ ਇਜ਼ देयर टू ਹੈਲਪ, ਬਿਕੋਜ਼ ਆਪਣੀ ਸਿਚੁਏਸ਼ਨ ਅਸੀਂ ਆਪ ਹੀ ਸਮਝਦੇ ਹਾਂ, ਆਪਣੇ ਫਲॉज ਆਪ ਸਮਝਦੇ ਹਾਂ, ਆਪਣੇ ਲਿਮਿਟੇਸ਼ਨ ਸਾਨੂੰ ਆਪ ਹੀ ਪਤਾ ਹੁੰਦੀਆਂ ਨੇ। ਅਸੀਂ ਨਾ ਤੇ ਕਿਸੇ ਨੂੰ ਸਮਝਾ ਸਕਦੇ ਹਾਂ, ਨਾ ਸਾਡੇ ਪੈਰਾਂ 'ਚ ਜਾ ਕੇ ਕੋਈ ਸਮਝ ਸਕਦਾ ਹੈ। ਤਾਂ ਕਰਕੇ ਉੱਥੇ ਸਾਨੂੰ ਸਿਆਣੀਆਂ ਗੱਲਾਂ ਦੱਸੀਆਂ ਹੋਈਆਂ ਤੇ ਗੁਰਬਾਣੀ ਦੀ ਸੇਧ ਸਾਨੂੰ ਸਮਝ ਆਉਂਦੀ ਹੈ। ਸੋ ਮੈਨੂੰ ਅੱਜ ਪਰਸਨਲੀ ਬਹੁਤ ਹੀ ਚੰਗਾ ਲੱਗ ਰਿਹਾ ਕਿ ਇੱਕ ਵਾਰ ਫੇਰ ਬੜੇ ਸਾਲਾਂ ਬਾਅਦ ਮੈਨੂੰ ਫੇਰ ਆਪਣੇ ਟੀਚਰ ਨੂੰ, ਆਪਣੇ ਵੀਰ ਨੂੰ ਸੁਣਨ ਦੀ ਮੌਕਾ ਮਿਲ ਰਿਹਾ ਹੈ, ਸਾਰਿਆਂ ਦੇ ਨਾਲ ਡਿਸਕਸ਼ਨਸ ਕਰਨ ਦਾ ਮੌਕਾ ਮਿਲ ਰਿਹਾ ਹੈ। ਬਿਲੀਵ ਮੀ ਇਟਸ ਵੈਰੀ ਵੈਲਦੀ ਫॉर ਯੂ ਪੀਪਲ, ਬਹੁਤ ਹੀ ਟ੍ਰੈਜਰ ਹੈਗਾ ਜਿਹੜਾ ਆਪਾਂ ਸ਼ੇਅਰ ਕਰਨਾ ਹੈ। ਸੋ ਮੈਂ ਇੱਥੇ ਫਤਿਹ ਬੁਲਾਉਂਗੀ ਅਵਨੀਤ ਵੀਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅਸੀਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ ਹੁਣ। ਇਸ ਤੋਂ ਅੱਗੇ ਮੈਂ ਇੰਟਰੋਡਕਸ਼ਨ ਦੇਤੀ, ਜਿੰਨਾ ਮੈਨੂੰ ਪਤਾ ਸੀ, ਜਿੰਨਾ ਕਿ ਮੈਂ ਦੱਸ ਸਕੀ ਉਹਨਾਂ ਦੇ ਬਾਰੇ। ਤੇ ਆਪਾਂ ਹੁਣ ਤੋਂ ਪੁੱਛਾਂਗੇ ਕਿ ਵੀਰ ਜੀ ਤੁਸੀਂ ਆਪਣੀ ਲਾਈਫ ਬਾਰੇ ਵੀ ਦੱਸਣਾ ਚਾਹੋ ਕਿ ਤੁਸੀਂ ਜਦੋਂ ਇਸੇ ਉਮਰ ਤੇ ਸੀਗੇ ਜਿੰਨੇ ਸਾਡੇ ਸਟੂਡੈਂਟਸ ਹੈਗੇ ਨੇ, ਤੇ ਤੁਸੀਂ ਹੁਣ ਜਿੱਥੇ ਹੋ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ, ਤੁਸੀਂ ਕੀ ਸੋਚਿਆ ਸੀ ਤੇ ਕੀ ਤੁਹਾਡਾ ਰਸਤਾ ਰਿਹਾ, ਤੇ ਤੁਸੀਂ ਕਿੱਦਾਂ ਕਿੱਦਾਂ ਇਸ ਰਸਤੇ ਤੇ ਆਏ, ਤੁਸੀਂ ਕੀ ਸ਼ੇਅਰ ਕਰਨਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੀ ਆਵਾਜ਼ ਇਜ਼ ਇਟ ਆਡੀਬਲ ਟੂ ਆਲ? ਹਾਂਜੀ ਵੀਰ ਜੀ, ਤੁਹਾਡੀ ਆਵਾਜ਼ ਸਾਫ਼ ਹੈ ਥੈਂਕ ਜੀ। ਯੂ। ਯੈਸ ਸਰ। ਸੋ ਆਈ ਥਿੰਕ ਕਾਫੀ ਕੁਝ ਕਵਰ ਕੀਤਾ ਗਿਆ ਐਜ਼ ਅ ਪਾਰਟ ਆਫ ਦ ਇੰਟਰੋਡਕਸ਼ਨ। ਮੇਰਾ ਪਰਸਨਲ ਆਪਣਾ ਇਹ ਮੰਨਣਾ ਹੈ ਕਿ ਲਾਈਫ ਦੇ ਵਿੱਚ ਟਾਈਮ ਸਪੈਂਡ ਕੀਤਾ ਜਾਂਦਾ ਦ ਵੇ ਇਟ ਕਮਸ, ਰਾਈਟ? ਤੇ ਉਦਾਂ ਹੀ ਅਸੀਂ, ਦੈਟ ਇਜ਼ ਹਾਊ ਵੀ ਗਰੋ ਅਪ। ਓਕੇ, ਸੋ ਪ੍ਰੋਫੈਸ਼ਨਲ ਬਣਨਾ, ਸੇਵਾ ਕਰਨੀ, ਦਿਸ ਇਜ਼ ਆਲ everything is spontaneous, right? ਤੇ ਇਸ ਸਭ ਦੇ ਵਿੱਚ ਆਈ ਥਿੰਕ ਜੇ ਮੈਂ ਸੋਚਾਂ ਕਿ ਮੈਂ ਬਹੁਤ ਵੱਡੀ ਅਚੀਵਮੈਂਟ ਕਰ ਲਈ ਹੈ ਜਾਂ ਮੈਂ ਕਰ ਬੈਠਾ, ਆਈ ਥਿੰਕ ਨਾਟ ਜਸਟ ਟੂ ਸੇ, ਮੈਂ ਕਹਿਣ ਲਈ ਨਹੀਂ ਕਹਿ ਰਿਹਾ, ਬਟ ਈਵਨ ਅਦਰਵਾਈਜ਼ ਮੈਂ ਬਹੁਤ ਹੀ ਛੋਟਾ ਤੇ ਨਿਮਾਣਾ ਹੈਗਾ। ਮਤਲਬ ਇਨ ਦਾ ਸੈਂਸ ਕਿ ਕੁਝ ਵੀ ਬਹੁਤ ਵੱਡਾ ਅਚੀਵ ਨਹੀਂ ਕੀਤਾ, ਸੇਵਾ ਦੀ ਫੀਲਡ ਦੇ ਵਿੱਚ ਵੀ ਤੇ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਵੀ, ਰਾਈਟ? ਬਟ ਆਈ ਥਿੰਕ ਇਟ ਇਜ਼ ਜਸਟ ਐਜ਼ ਅ ਸੈਸ਼ਨ ਤੁਹਾਡੇ ਸਾਰਿਆਂ ਨਾਲ ਬੈਠਣ ਦਾ ਮੌਕਾ ਮਿਲਿਆ, ਉਹਦਾ ਬੜਾ ਮੈਨੂੰ ਅੱਛਾ ਲੱਗਿਆ ਤੇ ਮੈਂ ਐਕਸੈਪਟ ਵੀ ਕੀਤਾ ਕਿ ਲੈਟ ਅਸ ਸਿਟ ਟੂਗੇਦਰ। ਜੇ ਮੇਰੀ ਲਾਈਫ ਚੋਂ, ਮੇਰੀਆਂ ਗੱਲਾਂ ਚੋਂ ਮੈਂ ਕੁਝ ਦੱਸ ਪਾਵਾਂ ਐਂਡ ਕਿਸੇ ਨੂੰ ਇੰਸਪਾਇਰ ਕਰ ਪਾਵਾਂ ਥੋੜਾ ਜਿਹਾ, ਆਈ ਵਿਲ ਰੀਅਲੀ ਫੀਲ ਇਟ ਹੈਪੀ। ਸੋ ਸਿਰਫ ਉਸ ਕੰਟੈਕਸਟ 'ਚੋਂ ਇਸ ਸਾਰੀ ਚੀਜ਼ ਨੂੰ ਦੇਖੀਏ। ਆਈ ਜਸਟ ਮੀਨ ਟੂ ਸੇ ਕਿ ਜੋ ਵੀ ਬੈਕਗਰਾਊਂਡ ਦੱਸਿਆ ਗਿਆ, ਉਸ ਤੋਂ ਹਟ ਕੇ ਅਸੀਂ, ਮੈਨੂੰ ਐਜ਼ ਅ ਪਰਸਨ ਲਓ, ਅਸੀਂ ਅੱਜ ਇਕੱਠੇ ਰਲ ਕੇ ਬੈਠੀਏ, ਕੁਝ ਮੈਂ ਤੁਹਾਡੇ ਤੋਂ ਸਿੱਖ ਲਾਂਗਾ ਤੇ ਕੁਝ ਇਫ ਦੇਰ ਇਜ਼ ਐਨੀਥਿੰਗ ਗੁੱਡ ਜੋ ਤੁਸੀਂ ਮੇਰੀ ਲਾਈਫ 'ਚ ਪਿਕ ਕਰ ਪਾਓ, ਆਈ ਵਿਲ ਰੀਅਲੀ ਫੀਲ ਹੈਪੀ ਅਬਾਊਟ ਦੈਟ। ਸੋ ਜਿੱਥੇ ਤੱਕ ਗੱਲ ਹੈ ਪ੍ਰੋਫੈਸ਼ਨਲ ਜਰਨੀ ਦੀ, ਆਈ ਫੀਲ ਜਿੰਨੀਆਂ ਕੁ ਵੀ ਚੀਜ਼ਾਂ ਮੇਰੀ ਲਾਈਫ 'ਚ ਹੋਈਆਂ ਐਂਡ ਜਿੱਥੇ ਮੈਂ ਹੁਣੇ ਖੜਾ, ਰਾਈਟ, ਇਫ ਆਈ ਸੀ ਕਿ ਇਹ ਮੈਂ ਬਾਈ ਡਿਜ਼ਾਈਨ ਸੋਚਿਆ ਸੀਗਾ ਛੋਟੇ ਹੁੰਦਿਆਂ ਕਿ ਮੈਂ ਇੱਕ ਚਾਰਟਰਡ ਅਕਾਊਂਟੈਂਟ ਬਣ ਕੇ ਤੇ ਮੈਂ ਆਪਣੀ ਪ੍ਰੈਕਟਿਸ ਕਰ ਰਿਹਾ ਹੋਵਾਂਗਾ, ਆਈ ਡੋਂਟ ਥਿੰਕ ਦੈਟਸ ਰਾਈਟ। ਓਕੇ, ਕਿਉਂਕਿ ਅਗੇਨ ਗੈਟਿੰਗ ਬੈਕ ਟੂ ਸੇਮ, ਇਟ ਵਾਜ਼ ਆਲ ਵੈਰੀ ਸਪੌਂਟੇਨੀਅਸ। ਓਕੇ, ਤੇ ਮੈਨੂੰ ਇਹ ਵੀ ਲੱਗਦਾ ਕਿ ਕਈ ਸਾਰੇ ਲਾਈਫ ਦੇ ਡਿਸੀਜਨਸ ਮੈਂ ਸੋਚੇ, ਆਪਣੇ ਦਿਮਾਗ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇੱਦਾਂ ਕਰਾਂ, ਇੱਦਾਂ ਹੀ ਮੇਰੇ ਲਈ ਅੱਗੇ ਵੱਧ ਕੇ ਮੈਨੂੰ ਬੈਨੀਫਿਟ ਹੋਏਗਾ, ਮੈਨੂੰ ਰਿਕਗਨੀਸ਼ਨ ਮਿਲੇਗੀ, ਰਾਈਟ? ਤੇ ਉਹ ਮੇਰੀ ਲਾਈਫ 'ਚ ਕਦੇ ਵੀ ਨਹੀਂ ਹੋਇਆ, ਰਾਈਟ? ਮੈਂ ਜੋ ਸੋਚਦਾ ਸੀਗਾ, ਜੋ ਅਚੀਵ ਕਰਨ ਦੀ ਕੋਸ਼ਿਸ਼ ਕਰਦਾ ਸੀਗਾ, ਇਟ ਵਾਜ਼ ਨੈਵਰ ਲਾਈਕ ਦੈਟ, ਰਾਈਟ? ਉਹ ਉਸ ਤੋਂ ਰਿਵਰਸ ਹੀ ਹੋਇਆ। ਬਟ ਸ਼ਾਇਦ 6 ਮਹੀਨੇ ਬਾਅਦ, ਸਾਲ ਬਾਅਦ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਜੋ ਰਿਵਰਸ ਹੋਇਆ ਬਹੁਤ ਹੀ ਵਧੀਆ ਹੋਇਆ ਮੇਰੇ ਲਈ, ਰਾਈਟ? ਮੈਂ ਇਹ ਗੱਲ ਇਸ ਲਈ ਸ਼ੇਅਰ ਕਰ ਰਿਹਾ ਕਿਉਂਕਿ ਜਿਸ ਏਜ ਗਰੁੱਪ ਦੇ ਵਿੱਚ ਤੁਸੀਂ ਹੈਗੇ ਹੋ, ਲਾਈਫ ਦੇ ਵਿੱਚ ਉਸ ਏਜ ਦੇ ਵਿੱਚ ਵੀ ਬੜੇ ਪ੍ਰੈਸ਼ਰਸ ਹੁੰਦੇ ਨੇ ਪੜ੍ਹਾਈ ਨੂੰ ਲੈ ਕੇ, ਕਿ ਮੈਂ ਅੱਗੇ ਕੀ ਕਰਨਾ ਹੈ, ਮੈਂ ਕਿਹੋ ਜਿਹੀ ਪੜ੍ਹਾਈ ਕਰਨੀ ਹੈ, ਮੈਂ ਕਿਹੜੀ ਸਟਰੀਮ ਪਿਕ ਕਰਨੀ ਹੈ,
ਮੈਂ ਅੱਗੇ ਕਿਹੋ ਜੀ ਜੌਬ ਕਰਨੀ ਹੈ, ਰਾਈਟ? ਐਵਰੀਥਿੰਗ may not fall as planned, right? ਜੋ ਮੈਂ ਸੋਚ ਕੇ ਚੱਲਿਆ, not necessarily ਕਿ ਉਹ ਉਦਾਂ ਹੀ ਹੋਏਗੀ, ਬਟ ਆਈ ਥਿੰਕ ਐਂਡ ਆਫ ਦਾ ਡੇ ਜੇ ਅਸੀਂ ਆਪਣਾ ਬੈਸਟ ਫੁੱਟ ਫਾਰਵਰਡ ਰੱਖ ਰਹੇ ਹਾਂ, ਜੇ ਮੈਂ ਆਪਣੀ ਪੂਰੀ ਮਿਹਨਤ ਨਾਲ, ਪੂਰੀ ਜਾਨ ਨਾਲ ਉਸ ਚੀਜ਼ ਉੱਤੇ ਐਫਰਟ ਕਰ ਰਹੇ ਹਾਂ, ਸਕਸੈਸ ਇਜ਼ ਅ ਬਾਈ ਪ੍ਰੋਡਕਟ, ਉਹਨੇ ਆਉਣਾ ਹੀ ਆਉਣਾ, ਉਹਨੇ ਆਪੇ ਹੀ ਆਉਣਾ, ਰਾਈਟ? ਐਂਡ ਦੈਟ ਇਜ਼ ਬਹੁਤ ਵੱਡੇ ਲੈਵਲ ਤੇ ਉਹ ਇੰਟਰਨਲ ਮੈਟਰ ਹੈਗਾ ਰਾਦਰ ਦੈਨ ਕਿ ਬਾਹਰ ਦੇ ਦਿਖ ਦਿਖਾਵ ਤੋਂ। ਬਟ ਯਾ ਮੈਨੂੰ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਉਹੀ ਸਮਝ ਆਇਆ ਕਿ ਮੈਂ ਆਪਣੀ ਪੂਰੀ ਮਿਹਨਤ ਨਾਲ ਹਰ ਸਟੈਪ ਨੂੰ ਰੱਖਾਂ ਐਂਡ ਮੈਂ ਆਪਣੇ ਆਪ ਨੂੰ ਬਰਨ ਆਊਟ ਨਾ ਕਰਾਂ ਕਿ ਮੈਨੂੰ ਇਹੀ ਚਾਹੀਦਾ ਸੀ, ਇਹ ਨਹੀਂ ਮਿਲਿਆ, ਰਾਈਟ? ਸੋ ਇਫ ਆਈ ਸਟਾਰਟ ਬਰਨਿੰਗ ਮਾਈ ਸੈਲਫ ਆਊਟ, ਫਿਰ ਮੈਂ ਪੇਨਫੁਲ ਰਸਤੇ ਤੇ ਜਾਣਾ ਸ਼ੁਰੂ ਹੋ ਜਾਊਂਗਾ। ਬਟ ਇਫ ਆਈ ਐਮ ਐਕਸੈਪਟਿੰਗ, ਇਟ ਇਜ਼ ਵੈਰੀ ਵੈਰੀ ਨੈਚੁਰਲ ਕਿ ਜੋ ਮੈਂ ਸੋਚ ਕੇ ਚੱਲ ਰਿਹਾ ਉਹ ਸ਼ਾਇਦ ਪੂਰੀ ਤਰ੍ਹਾਂ ਉੱਥੇ ਤੱਕ ਅਚੀਵ ਨਹੀਂ ਹੋਏਗਾ, ਰਾਈਟ? ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ ਆਪਣੀ ਲਾਈਫ ਦੇ ਵਿੱਚੋਂ। ਦੇਰ ਵਾਜ਼ ਅ ਪੁਆਇੰਟ ਇਨ ਟਾਈਮ ਜਦੋਂ ਮੈਂ ਸੋਚਿਆ ਕਿ ਮੈਂ ਦਿੱਲੀ ਜਾਵਾਂ, ਮੈਂ ਜੌਬ ਕਰਾਂ, ਰਾਈਟ? ਮੇਰੀ ਬਹੁਤ ਜ਼ਿਆਦਾ ਹੀ ਇੱਛਾ ਸੀਗੀ ਕਿ ਮੈਂ ਬੈਂਕ ਦੇ ਵਿੱਚ ਜੌਬ ਕਰਾਂ ਐਂਡ ਆਈ ਕੈਪਟ ਸਟਰਗਲਿੰਗ ਫॉर ਆਲਮੋਸਟ 2 months, ਰਾਈਟ? ਮੈਂ ਬੜੇ ਬੈਂਕਾਂ ਦੇ ਵਿੱਚ ਇੰਟਰਵਿਊ ਦਿੱਤੇ, ਫਾਈਨਲੀ ਆਈ ਗॉट ਅ ਜੌਬ ਇਨ ਅ BPO, ਰਾਈਟ? ਤੇ ਮੇਰੇ ਸਾਰੇ ਫਰੈਂਡਸ ਨੇ ਤੇ ਮੇਰਾ ਆਪਣਾ ਪਰਸਨਲ ਇਹ ਉਹ ਸੀਗਾ ਕਿ ਯਾਰ BPO ਦੇ ਵਿੱਚ ਰਾਤ ਨੂੰ ਜੌਬ ਕਰਨੀ ਪਏਗੀ, ਇਟ ਵੋਂਟ ਬੀ ਗੁੱਡ, ਰਾਈਟ? ਤੇ ਜਿੱਦਣ ਮੈਂ ਉਹ ਜੌਬ ਜੁਆਇਨ ਕੀਤੀ, ਸੇਮ ਡੇ ਮੈਨੂੰ ਇਨਵਾਈਟ ਲੈਟਰ ਆ ਗਿਆ ਕਿਸੇ ਬੈਂਕ ਤੋਂ, ਰਾਈਟ? ਕਿ ਜੀ ਆਓ, ਤੁਸੀਂ ਸਾਡਾ ਤੁਹਾਡੇ ਇਨੀਸ਼ੀਅਲ ਰਾਉਂਡਸ ਕਲੀਅਰ ਹੋ ਗਏ ਨੇ, ਤੁਸੀਂ ਆਓ ਫਾਈਨਲ ਰਾਉਂਡ ਦੇ ਲਈ ਸਾਨੂੰ ਮਿਲੋ, ਰਾਈਟ? ਮੈਂ ਸਾਰੇ ਕੰਸਲਟੈਂਟਸ ਨਾਲ ਗੱਲ ਕੀਤੀ, ਮੈਂ ਬਹੁਤ ਹੀ ਜ਼ਿਆਦਾ ਖੁਸ਼ ਸੀਗਾ ਕਿ ਫਾਈਨਲੀ ਆਈ ਐਮ ਗੈਟਿੰਗ ਦੈਟ, ਬਟ ਮੈਂ ਇੱਕ ਜੌਬ ਫੜ ਚੁੱਕਾ, ਰਾਈਟ? ਆਈ ਹੈਵ ਦੈਟ ਇਨ ਹੈਂਡ। ਸੋ ਮੈਂ ਸਾਰਾ ਕੁਝ ਪਲਾਨ ਕਰ ਲਿਆ ਕਿ ਮੈਂ ਬੈਂਕ 'ਚ ਜੌਬ ਕਰੂੰਗਾ, ਮੈਂ ਇੱਥੇ ਨਾਲ ਦੇ ਨਾਲ ਹੀ ਰਿਜ਼ਾਈਨ ਕਰ ਦੇਣਾ, ਮੈਂ ਬਸ 10-12 ਦਿਨ ਇੱਥੇ ਟਾਈਮ ਸਪੈਂਡ ਕਰਨਾ ਤੇ ਆਈ ਵਿਲ ਮੂਵ ਔਨ, ਰਾਈਟ? ਸੋ ਮੈਂ ਉਹ ਇੰਟਰਵਿਊ ਦੇਣ ਗਿਆ, ਇੰਟਰਵਿਊ ਵਧੀਆ ਹੋਇਆ, ਉਹਦੇ ਲਈ ਮੈਂ ਵੇਟ ਕਰਦਾ ਰਿਹਾ ਅਨਦਰ 15 ਡੇਜ਼ 20 ਡੇਜ਼ ਕਿ ਹੁਣ ਪੋਜ਼ਿਟਿਵ ਰਿਵਰਟ ਆਏਗਾ। ਮੇ ਬੀ ਮਹੀਨੇ ਬਾਅਦ ਮੈਨੂੰ ਰਿਵਰਟ ਆਇਆ ਕਿ ਤੁਹਾਡੀ ਉੱਥੇ ਸਿਲੈਕਸ਼ਨ ਨਹੀਂ ਹੋਈ, ਰਾਈਟ? ਵਿਚ ਵਾਜ਼ ਐਕਚੁਅਲੀ ਵੈਰੀ ਪੇਨਫੁਲ ਕਿ ਮੈਂ ਜੋ ਸੋਚ ਰਿਹਾ ਸੀਗਾ ਉਹ ਤਾਂ ਹੋਇਆ ਨਹੀਂ, ਓਕੇ? ਸੋ ਫਾਈਨਲੀ ਸੋਚ ਲਿਆ ਕਿ ਚਲੋ ਯਾਰ ਜਿੱਥੇ ਬੈਠੇ ਆ ਇੱਥੇ ਹੀ ਆਪਣੀ ਬੈਸਟ ਦੇ ਦਈਏ, ਜਿਹੜੀ ਜੌਬ ਮਿਲ ਗਈ ਹੈਗੀ ਹੈ, ਇਨ ਹੈਂਡ ਹੈਗੀ ਹੈ, ਲੈਟ ਮੀ ਪੁੱਟ ਮਾਈ ਬੈਸਟ ਫੁੱਟ ਇਨ ਦਿਸ, ਰਾਈਟ? ਇਟ ਵਾਜ਼ ਮੇ ਬੀ ਅ ਈਅਰ ਲੇਟਰ ਜਦੋਂ ਮੈਂ ਲੁੱਕ ਬੈਕ ਕੀਤਾ ਤਾਂ ਮੈਨੂੰ ਲੱਗਿਆ ਯਾਰ ਜੌਬ ਤਾਂ ਮੈਨੂੰ ਇਹ ਚਾਹੀਦੀ ਸੀ ਜਿੱਥੇ ਮੈਂ ਬੈਠਾ ਹੁਣ, ਐਂਡ ਐਟ ਦੈਟ ਟਾਈਮ ਆਈ ਵਾਜ਼ ਥਿੰਕਿੰਗ ਕਿ ਨਹੀਂ ਬੈਂਕ 'ਚ ਹੀ ਜਾਣਾ, ਉੱਥੇ ਹੀ ਮੈਂ ਸਿੱਖਾਂਗਾ, ਰਾਦਰ ਜਿੱਥੇ ਮੈਂ ਬੈਠਾ ਉੱਥੇ ਜ਼ਿਆਦਾ ਵਧੀਆ ਸਿੱਖ ਲਿਆ, ਰਾਈਟ? ਸੋ ਮਤਲਬ ਦੇਰ ਵਿਲ ਬੀ ਅ ਲੋਟ ਆਫ ਪੁਆਇੰਟਸ ਇਨ ਲਾਈਫ ਜਿੱਥੇ ਆਈ ਥਿੰਕ ਸਾਡਾ ਬ੍ਰੇਨ ਸਾਨੂੰ ਕੁਝ ਕਹੇਗਾ ਕਰਨ ਲਈ ਐਂਡ ਦੈਟ ਮੇ ਔਰ ਮੇ ਨਾਟ ਹੈਪਨ, ਰਾਈਟ? ਬਟ ਲੈਟਸ ਨਾਟ ਬਰਨ ਇਟ ਆਊਟ। ਮੈਂ ਆਪਣੇ ਆਪ ਨੂੰ ਉਹਦੇ ਉਸ ਚੀਜ਼ ਨੂੰ ਫੜ ਕੇ ਤੰਗ ਨਾ ਹੋਵਾਂ, ਰਾਦਰ ਜਿੱਥੇ ਮੈਂ ਪਹੁੰਚ ਗਿਆ ਹਰ ਜਗ੍ਹਾ ਤੇ ਆਪਣਾ ਬੈਸਟ ਸਟੈਪ ਫਾਰਵਰਡ ਰੱਖੀ ਜਾਵਾਂ, ਰਾਈਟ? ਐਂਡ ਸਕਸੈਸ ਇਜ਼ ਜਸਟ ਅ ਬਾਈ ਪ੍ਰੋਡਕਟ, ਰਾਈਟ? ਸਕਸੈਸ ਇਜ਼ ਜਿੱਥੇ ਮੈਂ ਆਪਣੀ ਪੂਰੀ ਮਿਹਨਤ ਨਾਲ, ਰਾਈਟ, ਵਿਦਆਊਟ ਕਿਸੇ ਵੀ ਗਲਤ ਰਸਤੇ ਨੂੰ ਅਖਤਿਆਰ ਕੀਤੇ ਬਿਨਾ ਮੈਂ ਆਪਣੀ ਪੂਰੀ ਮਿਹਨਤ ਲਾਈ ਜਾਵਾਂਗਾ, ਐਵਰੀਥਿੰਗ ਇਜ਼ ਗੋਣਾ ਫਾਲ ਇਨ ਪਲੇਸ, ਰਾਈਟ? end of the day it is, I need to be satisfied, I need to be happy about things ਜਿਹੜੀਆਂ ਮੇਰੀ ਲਾਈਫ 'ਚ ਚੱਲ ਰਹੀਆਂ ਨੇ from a professional perspective, right? So I feel ਫੜਨ ਵਾਲੀ ਗੱਲ ਇਹੀ ਹੈ ਵੱਡੀ ਕਿ ਮੈਂ ਜਿੱਥੇ ਵੀ ਹੋਵਾਂ ਆਪਣੀ ਪੂਰੀ ਮਿਹਨਤ ਨਾਲ, ਪੂਰੀ ਪੂਰੀ ਸ਼ਿੱਦਤ ਨਾਲ ਉਸ ਚੀਜ਼ ਉੱਤੇ ਐਫਰਟ ਲਾਵਾਂ ਤੇ ਉਹਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਾਂ। ਬਾਕੀ ਅੱਗੇ ਜੋ ਹੁੰਦਾ ਦ ਵੇ ਇਟ ਫਾਲਸ, ਲੈਟ ਮੀ ਨਾਟ ਬਰਨ ਇਟ ਆਊਟ ਕਿ ਮੈਂ ਸੋਚਿਆ ਕੁਝ ਹੋਰ ਸੀ, ਹੋ ਕੁਝ ਹੋਰ ਗਿਆ, ਰਾਈਟ? ਸੋ ਦੈਟਸ ਵਾਟ ਆਈ ਵੁੱਡ ਸੇ ਜਦੋਂ ਥੈਂਕ ਯੂ। ਮੈਂ ਪ੍ਰੋਫੈਸ਼ਨਲ ਲਾਈਫ ਨੂੰ ਦੇਖਦਾ। ਸੋ ਇਦਾਂ ਆਈ ਥਿੰਕ ਵੀ ਨੀਡ ਟੂ ਪੁੱਟ ਇਟ ਦਿਸ ਇਨ ਹਾਂਜੀ ਦਿਸ ਡਾਇਰੈਕਸ਼ਨ, ਆਈ ਥਿੰਕ। ਹਾਂਜੀ। ਓਕੇ, ਸੋ ਇਸ ਤੋਂ ਅੱਗੇ ਜੇ ਅਸੀਂ ਦੇਖਦੇ ਹਾਂ ਮੇਰੇ ਲਈ
ਮੈਨੂੰ ਅਵਨੀਤ ਵੀਰ ਜੀ ਦੀ ਆਵਾਜ਼ ਨਹੀਂ ਆ ਰਹੀ, ਬਾਕੀ ਕਿਸੇ ਵੀਰ ਜੀ ਤੁਹਾਡੀ ਆਵਾਜ਼ ਕੱਟ ਰਹੀ ਸੀ ਵਿੱਚੋਂ। ਓਕੇ, ਹੁਣ ਮੈਂ ਆਡੀਬਲ ਹੈਗਾ ਜੀ? ਓਕੇ, ਹਾਂਜੀ। ਹਾਂਜੀ। ਏਦਾਂ ਨਹੀਂ ਹੈ ਕਿ ਜੋ ਮੈਂ ਸੋਚਿਆ ਆ ਉਹੀ ਚੱਲਣਾ ਚਾਹੀਦਾ। ਲਾਈਫ ਇਜ਼ ਨਾਟ ਅਕੋਰਡਿੰਗ ਟੂ ਵਾਟ ਵੀ ਥਿੰਕ, ਪਰ ਸਾਨੂੰ ਆਪਣੀ ਜਿਹੜੀ ਆ ਉਹ ਨੇਕ ਐਫਰਟ ਜਿਹੜੀ ਆ ਉਹ ਪਾਈ ਜਾਣੀ ਚਾਹੀਦੀ ਆ, ਆਪਣੀ ਟਰੂਥਫੁਲ ਐਫਰਟ ਜਿਹੜੀ ਹੈ। ਆਪਾਂ ਉਦਮ ਦੀ ਗੱਲ ਕਰਦੇ ਆ, ਸਾਡੇ ਉਦਮ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਆਪਾਂ ਜਿੱਥੇ ਵੀ ਬੈਠੇ ਆ ਆਪਣਾ ਸੱਚਾ ਸੁੱਚਾ ਆਪਾਂ ਆਪਣਾ ਕੰਮ ਕਰਨਾ ਹੈ, ਆਪਣੀ ਐਫਰਟ ਲਾਉਣੀ ਹੈ। ਤੇ ਜੇ ਆਪਣੇ ਸੋਚ ਏਦਾਂ ਆਪਣੀ ਜਿੱਦਾਂ ਐਮ ਆਈ ਆਡੀਬਲ ਜੀ? ਮੇਰੀ ਆਵਾਜ਼ ਆ ਰਹੀ ਸਭ ਨੂੰ? ਦੀ ਵਿੱਚੋਂ ਬ੍ਰੇਕ ਹੋ ਗਿਆ ਸੀਗਾ, ਕੈਨ ਯੂ ਜਸਟ ਰਿਪੀਟ ਦਿਸ ਵਾਂਸ ਅਗੇਨ? ਮੈਨੂੰ ਲੱਗਦਾ ਕੁਝ ਸ਼ਾਇਦ ਨੈਟਵਰਕ ਚੈਲੰਜਸ ਆ ਰਹੇ ਨੇ, ਇੱਕ ਵਾਰੀ ਪਲੀਜ਼ ਰਿਪੀਟ ਕਰ ਦਿਓ। ਮੇਰੀ ਆਵਾਜ਼ ਆ ਰਹੀ ਜੀ ਸਭ ਹਾਂਜੀ ਆ ਨੂੰ? ਰਹੀ ਹੈ ਜੀ। Yes, ma'am. ਅਵਨੀਤ ਵੀਰ ਜੀ, ਕੈਨ ਯੂ ਹੀਅਰ ਜਸਦੀਪ ਦੀ? ਨਹੀਂ ਜੀ, ਮੈਨੂੰ ਹੁਣ ਬਿਲਕੁਲ ਆਵਾਜ਼ ਨਹੀਂ ਆ ਰਹੀ, ਵਿੱਚ ਆ ਰਹੀ ਸੀਗੀ। ਹਾਂਜੀ, So ਆਈ I ਥਿੰਕ think ਸ਼ਾਇਦ that's ਕੋਈ no ਨੈਟਵਰਕ worries, ਚੈਲੰਜਸ ਨੇ। no worries, ਜੀ no ਜੀ worries. ਯੂ ਕੈਨ ਵੀਰ ਜੀ ਪਲੀਜ਼ ਕੰਟੀਨਿਊ। ਹਾਂਜੀ 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 ਹਾਂਜੀ, ਸ਼ੋਰ। ਸੋ ਇਹਦੇ ਨਾਲ ਰਲਦੀ ਨਾ ਮੈਨੂੰ ਇੱਕ ਛੋਟੀ ਜਿਹੀ ਸਟੋਰੀ ਹੈਗੀ ਹੈ ਵਿਚ ਆਈ ਐਡਮਾਇਰਡ, ਤੇ ਮੈਂ ਫੋਲੋ ਕੀਤੀ ਆਪਣੀ ਲਾਈਫ ਵਿੱਚ, ਕੋਸ਼ਿਸ਼ ਕੀਤੀ ਫੋਲੋ ਕਰਨ ਦੀ। ਸੋ ਆਈ ਵੁੱਡ ਲਾਈਕ ਟੂ ਸ਼ੇਅਰ ਦੈਟ। ਮੈਨੂੰ ਪੂਰੀ ਡਿਟੇਲ ਨਹੀਂ ਯਾਦ ਹੋਣੀ, ਬਟ ਆਈਲ ਟਰਾਈ ਟੂ ਪੁੱਟ ਇਟ ਅਪ। ਕਿ ਪੁਰਾਣੀ ਗੱਲ ਹੈ ਕਿ ਇੱਕ ਸ਼ਿਲਪਕਾਰ ਸੀਗਾ, ਰਾਈਟ? ਪੱਥਰ ਤੋਂ ਮੂਰਤੀਆਂ ਬਣਾਉਂਦਾ ਸੀ, ਰਾਈਟ? ਤੇ ਉਹ ਜਿਹੜੇ ਵੀ ਪੱਥਰ ਪਏ ਹੁੰਦੇ ਉਹਦੇ ਉੱਤੇ ਕੁਛ ਨਾ ਕੁਛ ਡਿਜ਼ਾਈਨ ਬਣਾ ਕੇ, ਕੁਛ ਮੂਰਤੀ ਬਣਾ ਕੇ ਉਹਨੂੰ ਆਪਣੇ ਘਰ ਦੇ ਬਾਹਰ ਰੱਖਦਾ ਰਹਿੰਦਾ ਸੀਗਾ। ਤੇ ਹੀ ਯੂਜ਼ ਟੂ ਸੈਲ ਇਟ, ਰਾਈਟ? ਕਿ ਤੇ ਓਵਰ ਦਾ ਪੀਰੀਅਡ ਜਿੰਨੇ ਵੀ ਉਹਦੇ ਪਿੰਡ ਦੇ ਲੋਕੀ ਸੀਗੇ ਉਹਦੀ ਆਰਟ ਦੇਖ ਕੇ ਖੁਸ਼ ਹੁੰਦੇ ਸੀ, ਉਹਦਾ ਥੋੜਾ ਬਹੁਤਾ ਸਮਾਨ ਲੈ ਜਾਂਦੇ ਸੀਗੇ ਘਰ, ਰਾਈਟ? ਤੇ ਉਹ ਹੋਰ ਡਿਜ਼ਾਈਨਸ ਬਣਾਉਂਦਾ ਰਹਿੰਦਾ, ਉਹਦੇ 'ਚ ਖੁਸ਼ ਹੁੰਦਾ ਰਹਿੰਦਾ, ਰਾਈਟ? ਇੱਕ ਵਾਰੀ ਉਹ ਜਿਹੜਾ ਪਿੰਡ ਦਾ ਰਾਜਾ ਸੀਗਾ ਉਹ ਉੱਥੋਂ ਨਿਕਲ ਰਿਹਾ ਸੀਗਾ, ਰਾਈਟ? ਉਹਨੇ ਵੇਖਿਆ ਕਿ ਬਾਹਰ ਕਾਫੀ ਵਧੀਆ ਮੂਰਤਾਂ ਘੜੀਆਂ ਹੋਈਆਂ ਪਈਆਂ ਨੇ, ਰਾਈਟ? ਉਹਨੇ ਇਨਕੁਆਇਰ ਕੀਤਾ ਕਿ ਇਹ ਬੰਦਾ ਕੌਣ ਹੈ, ਰਾਈਟ? ਸੋ ਉਹਨੂੰ ਪਤਾ ਲੱਗਿਆ ਕਿ ਇਹਦਾ ਮੂਰਤੀਆਂ ਬਣਾਉਂਦਾ ਹੈ, ਬੜਾ ਪੈਸ਼ਨੇਟ ਹੈ ਆਪਣੇ ਕੰਮ ਨੂੰ ਲੈ ਕੇ, ਇਸੇ ਚੀਜ਼ 'ਚ ਰੁੱਝਿਆ ਰਹਿੰਦਾ ਹੈ, ਬੜੀ ਉਹਨੇ ਪਰਫੈਕਸ਼ਨ ਆਪਣੇ ਇਸ ਪ੍ਰੋਫੈਸ਼ਨ ਦੇ ਵਿੱਚ ਅਟੇਨ ਕੀਤੀ ਹੈ। ਤੇ ਰਾਜੇ ਨੇ ਉਹਨੂੰ ਸੱਦਿਆ ਤੇ ਉਹਨੇ ਕਿਹਾ, ਮੈਂ ਇੱਕ ਮੰਦਿਰ ਕ੍ਰੀਏਟ ਕਰ ਰਿਹਾ ਇਸ ਪਿੰਡ ਦੇ ਵਿੱਚ ਕਾਫੀ ਵੱਡਾ, ਤੇ ਆਈ ਵੁੱਡ ਰਿਕੁਐਸਟ ਯੂ ਕਿ ਜੇ ਤੂੰ ਉਸ ਮੰਦਿਰ ਦੇ ਵਿੱਚ ਜਿੰਨੀਆਂ ਵੀ ਪੇਂਟਿੰਗਸ ਲੱਗਣੀਆਂ ਨੇ, ਜਿੰਨੀਆਂ ਵੀ ਪੱਥਰ ਦੀਆਂ ਘੜੀਆਂ ਹੋਈਆਂ ਮੂਰਤਾਂ ਲੱਗਣੀਆਂ ਨੇ, ਤੂੰ ਉਹ ਕ੍ਰੀਏਟ ਕਰ ਸਾਡੇ ਲਈ, ਤੇ ਮੈਂ ਉੱਥੇ ਲਵਾਵਾਂਗਾ, ਤੇ ਮੈਂ ਤੈਨੂੰ ਉਹਦੇ ਜਿੰਨਾ ਤੇਰਾ ਮਿਹਨਤਾਨਾ ਬਣਦਾ ਉਹ ਦਿਆਂਗਾ, ਰਾਈਟ? ਉਹਨੇ ਬੜੀ ਸ਼ਿੱਦਤ ਨਾਲ ਕੰਮ ਕੀਤਾ, ਉਹਨੇ ਸਾਰੀਆਂ ਮੰਦਿਰ ਦੇ ਵਿੱਚ ਭਿਜਵਾਤੀਆਂ। ਰਾਜਾ ਬਹੁਤ ਖੁਸ਼ ਹੋਇਆ ਉਹਨਾਂ ਨੂੰ ਦੇਖ ਕੇ, ਤੇ ਰਾਜੇ ਨੇ ਲਵਾਤੀਆਂ, ਤੇ ਰਾਜੇ ਨੇ ਉਹਨੂੰ ਪੈਸੇ ਵੀ ਦਿੱਤੇ। ਤੇ ਰਾਜੇ ਨੇ ਉਹਨੂੰ ਨੈਕਸਟ ਟਾਸਕ ਦਿੱਤਾ ਕਿ ਇਸ ਮੰਦਿਰ ਦੇ ਬਿਲਕੁਲ ਸਾਹਮਣੇ ਮੈਂ ਚਾਹੁੰਦਾ ਕਿ ਇੱਕ ਰੱਬ ਵਰਗੀ ਮੂਰਤ ਲੱਗੇ, ਰਾਈਟ? ਰੱਬ ਵਰਗੀ ਇੱਕ ਮੂਰਤੀ ਕ੍ਰੀਏਟ ਕੀਤੀ ਜਾਏ, ਤੇ ਉਹਦੇ ਨਾਲ ਇੱਕ ਝੰਡਾ ਲਾਇਆ ਜਾਏ ਵੱਡਾ, ਤਾਂ ਕਿ ਦੂਰੋਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਇਹ ਮੰਦਿਰ, ਰਾਈਟ? ਸੋ ਜੇ ਤੂੰ ਉਹ ਬਣਾਏਗਾ ਤੇ ਮੈਂ ਤੈਨੂੰ ਬਹੁਤ ਜ਼ਿਆਦਾ ਇਨਾਮ ਦਿਆਂਗਾ, ਰਾਈਟ? ਜੇ ਤੂੰ ਉਸ ਐਕਸਪੈਕਟੇਸ਼ਨ ਦੇ ਹਿਸਾਬ ਨਾਲ ਬਣਾ ਦੇਂਗਾ ਜਿਹੋ ਜਿਹਾ ਮੈਂ ਸੋਚ ਰਿਹਾ, ਰਾਈਟ? ਸੋ ਉਹਨੇ ਉਹ ਮੂਰਤੀ ਬਣਾਈ, ਤੇ ਉਹਨੇ ਸਾਰੀ ਕ੍ਰੀਏਟ ਕਰ ਲਈ ਵਿਦਨ ਦਾ ਟਾਈਮ ਫਰੇਮ।
ਰਾਜਾ ਆਇਆ, ਰਾਜੇ ਨੇ ਵੇਖੀ, ਇਨਸਪੈਕਟ ਕੀਤੀ, ਉਹਨੂੰ ਉਹ ਮੂਰਤੀ ਬੜੀ ਵਧੀਆ ਲੱਗੀ, ਰਾਈਟ। ਉਹਨੇ ਉਹਨੂੰ ਕਾਫੀ ਸਾਰਾ ਇਨਾਮ ਦਿੱਤਾ ਤੇ ਡੇਟ ਅਨਾਉਂਸ ਕਰਤੀ ਕਿ 2 ਦਿਨ ਬਾਅਦ ਇਹ ਬੰਦਾ ਇੱਥੇ ਮੂਰਤੀ ਲੈ ਕੇ ਆਏਗਾ ਤੇ ਇੰਸਟਾਲ ਕਰੇਗਾ, ਰਾਈਟ। ਸੋ ਉਹ ਜਦੋਂ ਰਾਜਾ ਉੱਥੋਂ ਚਲਾ ਗਿਆ ਤੇ ਅ ਡੇ ਲੇਟਰ ਉਹਨੂੰ ਮੈਸੇਜ ਮਿਲਿਆ ਕਿ ਜੀ ਕੱਲ ਦਾ ਪਲਾਨ ਨਹੀਂ ਹੋ ਸਕਦਾ, ਉਹ ਮੂਰਤੀ ਉੱਥੇ ਇੰਸਟਾਲ ਨਹੀਂ ਹੋ ਸਕਦੀ, ਰਾਈਟ। ਸੋ ਰਾਜਾ ਵਾਪਸ ਆ ਗਿਆ। ਰਾਜੇ ਨੇ ਉਹਦੇ ਨਾਲ ਗੱਲ ਕੀਤੀ ਕਿ ਕੀ ਗੱਲ ਹੋ ਗਈ, ਤੁਸੀਂ ਮੂਰਤੀ ਕਿਉਂ ਨਹੀਂ ਇੰਸਟਾਲ ਕਰਨਾ ਚਾਹੁੰਦੇ? ਕਹਿੰਦਾ ਮੈਂ ਧਿਆਨ ਨਾਲ ਦੇਖਿਆ ਕਿ ਇਹ ਮੂਰਤੀ ਦੀ ਜਿਹੜੀ ਮੈਂ ਨੱਕ ਬਣਾਈ ਹੈ ਨਾ, ਉਹਦੇ ਉੱਤੇ ਇੱਕ ਨਿਸ਼ਾਨ ਰਹਿ ਗਿਆ, ਰਾਈਟ। ਰਾਜੇ ਨੇ ਕਿਹਾ ਕਿ ਇਹ ਤਾਂ 30 ਫੁੱਟ ਉੱਚੀ ਮੂਰਤੀ ਹੈ, ਇੰਨੀ ਦੂਰੋਂ ਤਾਂ ਨੱਕ ਵੀ ਨਹੀਂ ਦਿਖਣਾ ਕਿਸੇ ਨੂੰ, ਤਾਂ ਤੂੰ ਤਾਂ ਨੱਕ ਦੇ ਉੱਤੇ ਜਿਹੜਾ ਛੋਟਾ ਜਿਹਾ ਸਕਾਰ ਪਿਆ ਉਹਦੀ ਗੱਲ ਕਰ ਰਿਹਾ। ਉਹ ਕਹਿੰਦਾ ਕਿ ਕਿਸੇ ਨੂੰ ਦਿਖੇ ਨਾ ਦਿਖੇ, ਰਾਈਟ, ਬਟ ਮੈਨੂੰ ਤਾਂ ਪਤਾ ਲੱਗ ਗਿਆ ਨਾ ਕਿ ਦੇਰ ਇਜ਼ ਐਰਰ, ਰਾਈਟ। ਤੇ ਮੈਂ ਆਪਣੀ ਲਾਈਫ ਵਿੱਚ ਜਦੋਂ ਵੀ ਇਸ ਮੂਰਤੀ ਦੇ ਅੱਗੋਂ ਨਿਕਲਾਂਗਾ ਤਾਂ ਮੈਨੂੰ ਤਾਂ ਇਹ ਐਰਰ ਫੇਸ ਕਰਨਾ ਪੈਣਾ, ਰਾਈਟ। ਸੋ ਰਾਜਾ ਉਹਦੀ ਇਸ ਗੱਲ ਤੋਂ ਬੜਾ ਖੁਸ਼ ਹੋਇਆ, ਰਾਈਟ। ਐਂਡ ਆਈ ਆਲਵੇਜ਼ ਫੀਲ ਇੰਸਪਾਇਰਡ ਫॉर ਪਰਫੈਕਸ਼ਨ ਫਰੋਮ ਦਿਸ ਸਟੋਰੀ, ਰਾਈਟ। ਕਿ ਜਿੱਥੇ ਮੈਨੂੰ ਪਤਾ ਹੈ ਜੋ ਮੈਂ ਡਿਲੀਵਰ ਕਰਨ ਜਾ ਰਿਹਾ ਉਹਦੇ 'ਚ ਐਰਰ ਹੈ, ਸੋ ਆਈ ਨੀਡ ਟੂ ਗੋ ਅਹੈਡ ਐਂਡ ਕਰੈਕਟ ਇਟ, ਡੂ ਇਟ ਈਵਨ ਬੈਟਰ, ਡੂ ਇਟ ਈਵਨ ਮੋਰ ਪੈਸ਼ਨੇਟਲੀ, ਤਾਂ ਕਿ ਮੈਂ ਉਹਨੂੰ ਡਿਲੀਵਰ ਕਰਾਂ ਵਿਦ ਦੀ ਪਰਫੈਕਸ਼ਨ ਜਿੰਨੀ ਮੈਨੂੰ ਲੱਗਦੀ ਹੈ ਕਿ ਇਹ ਪਰਫੈਕਟ ਹੋਣੀ ਚਾਹੀਦੀ, ਰਾਈਟ। ਐਂਡ ਆਈ ਨੀਡ ਟੂ ਕੀਪ ਇੰਪਰੂਵਿੰਗ ਔਨ ਦੈਟ। ਸੋ ਜਿੱਥੇ ਮੈਨੂੰ ਪ੍ਰੋਫੈਸ਼ਨ ਦੀ ਜਾਂ ਜੌਬ ਦੀ ਜਾਂ ਪੜ੍ਹਾਈ ਦੀ ਜਿੱਥੇ ਗੱਲ ਆਉਂਦੀ ਹੈ, ਆਈ ਥਿੰਕ ਅਸੀਂ ਆਪਣਾ ਬੈਸਟ ਸਟੈਪ ਫਾਰਵਰਡ ਰੱਖੀਏ ਤੇ ਪੂਰੀ ਪਰਫੈਕਸ਼ਨ ਨਾਲ ਦਈਏ। ਆਈ ਥਿੰਕ ਇਫ ਵੀ ਆਰ ਏਬਲ ਟੂ ਅਚੀਵ ਇਟ, ਇਟ ਇਜ਼ ਗੁੱਡ ਇਨਫ। ਅੱਗੇ ਕੀ ਹੁੰਦਾ ਜਾਏਗਾ ਮੇਰੀ ਲਾਈਫ ਦੇ ਵਿੱਚ ਉਹ ਮੈਂ ਆਪੇ ਹੀ ਸਿੱਖੀ ਜਾਵਾਂ, ਰਾਈਟ, ਕਿ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ, ਦੈਟ ਇਜ਼ ਅ ਬਿਗਰ ਲਰਨਿੰਗ। ਬਟ ਜਿੱਥੇ ਤੱਕ ਅਸੀਂ ਰੋਜ਼ੀ ਰੋਟੀ ਅਰਨ ਕਰਨ ਦੀ ਗੱਲ ਕਰ ਰਹੇ ਹਾਂ ਜਾਂ ਆਪਣੀ ਸਟੱਡੀਜ਼ ਦੀ ਗੱਲ ਕਰ ਰਹੇ ਹਾਂ, ਆਈ ਥਿੰਕ ਦੀ ਓਨਲੀ ਥਿੰਗ ਟੂ ਕੈਚ ਜੋ ਮੈਂ ਫੜ ਪਾਇਆ ਲਾਈਫ 'ਚ ਕਿ ਮੈਂ ਆਪਣੀ ਪੂਰੀ ਸ਼ਿੱਦਤ ਨਾਲ ਉਹਦੇ ਉੱਤੇ ਪੂਰੇ ਐਫਰਟ ਨਾਲ ਮਿਹਨਤ ਕਰਾਂ। ਉਸ ਤੋਂ ਅੱਗੇ ਜਦੋਂ ਅਸੀਂ ਗੱਲ ਕਰੀਏ ਕਿ ਗੁਰਬਾਣੀ ਦੀ ਮੇਰੀ ਗੱਲਬਾਤ ਕਿਹਦੇ ਨਾਲ ਹੋਈ ਜਾਂ ਕਿੱਥੋਂ ਸਮਝ ਆਣੀ ਸ਼ੁਰੂ ਹੋਈ, ਹਾਊ ਇਟ ਆਲ ਸਟਾਰਟਡ ਆਫ, ਰਾਈਟ। ਸੋ ਆਈ ਥਿੰਕ ਮੈਂ ਜਦੋਂ ਗ੍ਰੈਜੂਏਸ਼ਨ ਦੇ ਵਿੱਚ ਸੀਗਾ ਤੇ ਮੈਂ ਇੱਕ ਕੈਂਪ ਅਟੈਂਡ ਕੀਤਾ। ਮੇਰੇ ਵੀਰ ਇੱਕ ਹੈਗੇ, ਉਹਨਾਂ ਨੇ ਉਹ ਕੈਂਪ ਆਰਗੇਨਾਈਜ਼ ਵੀ ਕੀਤਾ ਤੇ ਸਾਨੂੰ ਵੀ ਤਿਆਰ ਕਰਾਇਆ ਕਿ ਹਾਊ ਟੂ ਅੱਗੇ ਅਸੀਂ ਲੋਕਾਂ ਨਾਲ ਜਾ ਕੇ ਕਿਵੇਂ ਸਾਂਝ ਪਾਣੀ। ਉਹਦੇ ਵਿੱਚ ਇੱਕ ਲਾਈਨ ਦੇ ਉੱਤੇ ਅਸੀਂ ਐਮਫਸਾਈਜ਼ ਕਰ ਰਹੇ ਸੀਗੇ ਕਿ ਬੜੀ ਸਿੰਪਲ ਜੀ ਲਾਈਨ ਹੈ, ਅਸੀਂ ਸਾਰਿਆਂ ਨੇ ਸੁਣੀ ਹੋਈ ਹੈ, ਛੋਟੇ ਹੁੰਦੇ ਸਾਨੂੰ ਇੱਕ ਸਟੋਰੀ ਸੁਣਾਉਂਦੇ ਆ, ਉਹਦਾ ਮੋਰਲ ਆਉਂਦਾ ਵੇਅਰ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ, ਰਾਈਟ। ਜਿੱਥੇ ਚਾਹ ਹੈ ਉੱਥੇ ਰਾਹ ਹੈ, ਰਾਈਟ। ਤੇ ਇਸ ਦਾ ਨਾ ਰਿਵਰਸ ਪੋਸੀਬਲ ਨਹੀਂ ਹੈ ਕਿ ਜਿੱਥੇ ਰਾਹ ਹੈ ਉੱਥੇ ਚਾਹ ਨਹੀਂ ਬਣ ਸਕਦੀ, ਰਾਈਟ। ਸੋ ਇਹ ਚੀਜ਼ ਨੂੰ ਜੇ ਮੈਂ ਧਰਮ ਦੇ ਉੱਤੇ ਅਪਣਾਉਣ ਦੀ ਕੋਸ਼ਿਸ਼ ਕਰਾਂ ਜਾਂ ਰਿਲੀਜਨ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਉਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਐਵੇਂ ਲੱਗੀਆਂ ਕਿ ਇਹ ਮੇਰੇ ਲਈ ਇੱਕ ਰਸਤਾ ਹੈ, ਇਹ ਮੇਰੀ ਵਿਲ ਨਹੀਂ, ਰਾਈਟ। ਜੋ ਮੈਂ ਰਿਲੀਜਨ ਦੇ ਤੌਰ ਤੇ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਸਿਰਫ ਮੈਂ ਰਸਤਾ ਚੁੱਕ ਲਿਆ ਕਿਉਂਕਿ ਕੋਈ ਹੋਰ ਕਰ ਰਿਹਾ ਤੇ ਮੈਂ ਵੀ ਕਰਨਾ ਸ਼ੁਰੂ ਕਰ ਦਿਆਂ, ਰਾਈਟ। ਕਿਉਂਕਿ ਮੇਰੇ ਪੇਰੈਂਟਸ ਦੱਸ ਰਹੇ ਮੈਂ ਵੀ ਇਹ ਚੀਜ਼ ਕਰਨਾ ਸ਼ੁਰੂ ਕਰ ਦਿਆਂ, ਬਟ ਮੇਰੀ ਅੰਦਰੋਂ ਵਿਲ ਨਹੀਂ ਸੀ ਉਸ ਚੀਜ਼ ਨੂੰ ਲੈ ਕੇ, ਰਾਈਟ। ਉਹ ਚੀਜ਼ਾਂ ਸਾਰੀਆਂ ਸ਼ਾਰਟ ਲਿਵਡ ਸੀਗੀਆਂ। ਜਦੋਂ ਮੈਂ ਉਸ ਤੋਂ ਪਿੱਛੇ ਜਾ ਕੇ ਦੇਖਣਾ ਸ਼ੁਰੂ ਕੀਤਾ, ਉਹ ਮੈਂ ਕਿਤੇ ਜ਼ਬਰਦਸਤੀ ਨਾਲ ਉਹਨਾਂ ਨੂੰ ਸਿਰਫ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ, ਰਾਈਟ। ਬਟ ਜਿੱਥੇ ਜਿੱਥੇ ਮੇਰੀ ਵਿਲ ਕ੍ਰੀਏਟ ਹੁੰਦੀ ਗਈ, ਰਾਈਟ, ਉਹ ਭਾਵੇਂ ਧਰਮ ਦਾ ਰਸਤਾ ਹੈ ਤੇ ਭਾਵੇਂ ਮੇਰੀ ਮਿਹਨਤ ਦਾ ਜਾਂ ਜੌਬ ਦਾ ਰਸਤਾ ਹੈ, ਰਾਈਟ, ਜਿੱਥੇ ਮੈਂ ਐਫਰਟ ਲਾ ਰਿਹਾ, ਜਿੱਥੇ ਮੇਰੀ ਵਿਲ ਕ੍ਰੀਏਟ ਹੁੰਦੀ ਗਈ ਉੱਥੇ ਰਸਤੇ ਆਪਣੇ ਆਪ ਹੀ ਨਿਕਲਦੇ ਰਹੇ, ਰਾਈਟ। ਸੋ ਆਈ ਥਿੰਕ ਜਦੋਂ ਅਸੀਂ ਗੱਲ ਗੁਰਬਾਣੀ ਦੀ ਕਰ ਰਹੇ ਹਾਂ ਜਾਂ ਸਮਝ ਦੀ ਕਰ ਰਹੇ ਹਾਂ, ਉੱਥੇ ਮੈਨੂੰ ਆਪਣੀ ਵਿਲ ਕ੍ਰੀਏਟ ਜਿੱਥੇ ਮੈਂ ਕਰ ਪਾਇਆ ਉੱਥੇ ਮੈਨੂੰ ਜ਼ਿਆਦਾ ਸੌਖਾ ਹੋ ਗਿਆ ਕੰਮ ਚਲਾਉਣਾ। ਆਈ ਥੋਟ ਮੇ ਬੀ ਇਹ ਕਿਤੇ ਤੁਹਾਨੂੰ ਹੈਲਪ ਕਰ ਸਕਦਾ ਹੈ ਕਿ ਜਦੋਂ ਵੀ ਮੈਂ ਕਿਸੇ ਚੀਜ਼ ਨੂੰ ਗੁਰਦੁਆਰੇ ਨਾਲ ਰਿਲੀਜਨ ਨਾਲ ਰਿਲੇਟ ਕਰ ਰਿਹਾ ਤਾਂ ਮੈਂ ਉਹਦੇ ਨਾਲ ਇਹ ਵੀ ਦੇਖ ਲਵਾਂ ਕਿ ਮੇਰੀ ਵਿਲ ਹੈ ਇਹਦੇ ਪਿੱਛੇ ਜਾਂ ਮੈਂ ਕਿਸੇ ਨੂੰ ਸਿਰਫ ਦਿਖਾਉਣ ਲਈ ਇਹ ਰਸਤਾ ਇਖਤਿਆਰ ਕਰ ਰਿਹਾ, ਰਾਈਟ। ਸੋ ਜਦੋਂ ਅਸੀਂ ਗੁਰਬਾਣੀ ਦਾ ਪਰਸਪੈਕਟਿਵ ਜਾਂ ਗੁਰਬਾਣੀ ਦੀ ਸੋਝੀ ਉਹਨਾਂ ਚੀਜ਼ਾਂ ਬਾਰੇ ਗੱਲ ਕਰ ਰਹੇ ਹਾਂ ਤਾਂ
ਇਸ ਰਸਤੇ ਤੋਂ ਜੇ ਨਿਕਲਾਂਗੇ ਤਾਂ ਇਟ ਵਿਲ ਮੇਕ ਥਿੰਗਸ ਈਜ਼ੀਅਰ ਫॉर ਮੀ, ਰਾਈਟ। ਦੂਜੀ ਚੀਜ਼ ਜੋ ਮੈਨੂੰ ਥੋੜੀ ਲੇਟ ਪਤਾ ਲੱਗੀ, ਨਾਟ ਐਗਜ਼ੈਕਟਲੀ ਲੇਟ, ਬਟ ਜਦੋਂ ਇਹਨਾਂ ਚੀਜ਼ਾਂ ਦੀ ਸਟੱਡੀ ਕਰ ਰਹੇ ਸੀਗੇ, ਰਾਈਟ। ਸੋ ਇਨੀਸ਼ੀਅਲੀ ਜਦੋਂ ਲਾਈਫ ਦੇ ਵਿੱਚ ਚੀਜ਼ਾਂ ਸਿਖਾਈਆਂ ਗਈਆਂ ਤਾਂ ਇਟ ਵਾਜ਼ ਮੋਰ ਆਫ ਅ ਰਿਲਾਇੰਸ, ਰਾਈਟ, ਕਿ ਐਗਜ਼ਾਮਸ ਹੈਗੇ ਆ ਤਾਂ ਗੁਰਦੁਆਰੇ ਜਾਓ, ਰਾਈਟ, ਜਾਂ ਕੋਈ ਚੀਜ਼ ਟਫ ਲੱਗ ਰਹੀ ਹੈ ਤਾਂ ਗੁਰਦੁਆਰੇ ਜਾਓ ਜਾਂ ਪਾਠ ਕਰ ਲਓ, ਰਾਈਟ। ਇਦਾਂ ਧਰਮ ਦੀ ਜਾਂ ਗੁਰਬਾਣੀ ਦੀ ਇਦਾਂ ਸਮਝ ਆਣੀ ਸ਼ੁਰੂ ਹੋਈ, ਰਾਈਟ। ਬਟ ਐਟ ਅ ਲੇਟਰ ਸਟੇਜ ਜਾ ਕੇ ਜਦੋਂ ਇਹ ਸਮਝ ਆਇਆ ਕਿ ਗੁਰਬਾਣੀ ਸਪੋਰਟ ਦੇ ਲਈ ਹਮੇਸ਼ਾ ਹੀ ਖੜੀ ਹੈ, ਰਾਈਟ, ਬਟ ਮੈਂ ਆਪ ਖੁਦ ਹਾਂ ਜਿਹਨੇ ਖੜੇ ਹੋਣਾ, ਰਾਈਟ। ਗੁਰਬਾਣੀ ਵਿਲ ਨਾਟ ਸਟੈਂਡ। ਜਿਹੜਾ ਧਰਮ ਦਾ ਰਸਤਾ ਉਹ ਖੜਾ ਨਹੀਂ ਹੋਏਗਾ, ਉਹ ਤਾਂ ਹਮੇਸ਼ਾ ਹੀ ਉੱਥੇ ਆ, right, it is always there, but it is me who needs to stand up and face all this, right। ਤੇ ਗੁਰਬਾਣੀ ਜਦੋਂ ਮੈਂ ਆਪ ਖੜਾ ਹੋ ਜਾਵਾਂਗਾ ਤਾਂ ਗੁਰਬਾਣੀ ਮੈਨੂੰ ਰਸਤਾ ਦੇ ਹੀ ਰਹੀ ਹੈ, ਉਹ ਹਮੇਸ਼ਾ ਹੀ ਦੇ ਰਹੀ ਹੈ। ਪ੍ਰੋਬਲਮ ਗੁਰਬਾਣੀ ਦੇ ਪਰਸਪੈਕਟਿਵ ਦੀ ਨਹੀਂ, ਪ੍ਰੋਬਲਮ ਮੇਰੇ ਪਰਸਪੈਕਟਿਵ ਦੀ ਹੈ, ਰਾਈਟ, ਕਿ ਮੈਂ ਖੜਾ ਹੁੰਨਾ ਜਾਂ ਮੈਂ ਹਮੇਸ਼ਾ ਸ਼ੈਡੋ ਦੇ ਵਿੱਚ ਹੀ ਰਹਿੰਦਾ ਕਿ ਇਹ ਚੀਜ਼ ਹੋ ਗਈ ਕਿਉਂਕਿ ਮੇਰੇ ਪੇਰੈਂਟਸ ਨੇ ਐਵੇਂ ਕਰਤਾ ਸੀ, ਆਹ ਚੀਜ਼ ਹੋ ਗਈ ਕਿਉਂਕਿ ਮੇਰੇ ਫਰੈਂਡਸ ਗਲਤ ਸੀਗੇ, ਮੇਰੇ ਟੀਚਰ ਗਲਤ ਸੀਗੇ, ਮੇਰਾ ਸਕੂਲ ਵਧੀਆ ਨਹੀਂ ਸੀ, ਰਾਈਟ। ਜਦੋਂ ਤੱਕ ਆਈ ਐਮ ਫਾਈਂਡਿੰਗ ਥਿੰਗਸ ਫॉर ਅਦਰਸ, ਰਾਈਟ, ਜਾਂ ਮੇਰੇ ਤਾਂ ਘਰਦਿਆਂ ਨੇ ਹੀ ਦੱਸਿਆ ਨਹੀਂ ਕਿ ਕੀ ਸਿੱਖਣਾ ਸੀ ਗੁਰਦੁਆਰੇ ਜਾ ਕੇ, ਰਾਈਟ, ਸੋ ਮੈਂ ਵੀ ਉਹੀ ਕਰੀ ਗਿਆ। ਟਿਲ ਦ ਟਾਈਮ ਆਈ ਹੈਵ ਸਮਵਨ ਟੂ ਬਲੇਮ, ਤਦ ਤੱਕ ਇਹ ਐਵੇਂ ਹੀ ਚੱਲੇਗਾ। ਜਿਸ ਦਿਨ ਮੈਨੂੰ ਲੱਗੇਗਾ ਕਿ ਮੈਂ ਆਪ ਹਾਂ, ਆਈ ਐਮ ਗੁਰਬਾਣੀ ਜੋ ਮੈਨੂੰ ਸਿਖਾ ਰਹੀ ਹੈ ਕਿ ਆਈ ਐਮ ਆਲ ਪਾਵਰਫੁਲ, ਮੈਂ ਹੀ ਆਪਣੇ ਆਪ ਤੋਂ ਸਮਝਣਾ, ਰਾਈਟ, ਤਾਂ ਗੁਰਬਾਣੀ ਹਮੇਸ਼ਾ ਹੀ ਚਾਨਣ ਮੁਨਾਰਾ ਬਣ ਕੇ ਸਾਹਮਣੇ ਖੜੀ ਹੈ, ਰਾਈਟ। ਸੋ ਇਹਨੂੰ ਆਈ ਥਿੰਕ ਮੇਰੀ ਲਾਈਫ ਦੇ ਵਿੱਚ ਇਹ ਦੋ ਮੇਜਰ ਸ਼ਿਫਟ ਓਵਰ ਸੀਗੇ ਜਿੱਥੋਂ ਕਿ ਥੋੜੀ ਕਲੈਰਿਟੀ ਹੋਣੀ ਸ਼ੁਰੂ ਹੋਈ ਕਿ ਵਾਟ ਆਈ ਨੀਡ ਟੂ ਡੂ, ਰਾਈਟ। ਹਾਂਜੀ ਵੀਰ ਜੀ, ਥੈਂਕ ਯੂ ਵੀਰ ਜੀ, ਤੁਸੀਂ ਇਹਨਾਂ ਡਿਟੇਲ ਵਿੱਚ ਮੇਰੀ ਵਿੱਚ ਰਿਕੁਐਸਟ ਹੈਗੀ ਆ, ਪਲੀਜ਼ ਜੇ ਤੁਸੀਂ ਆਪਣੀ ਵੀਡੀਓ ਔਨ ਕਰ ਸਕੋ, ਥੋੜਾ ਇतना ਜ਼ਿਆਦਾ ਕਨੈਕਟ ਹੋਵਾਂਗੇ। ਐਵਰੀਬਾਡੀ ਇਜ਼ ਫੀਲਿੰਗ ਇਟ, ਆਈ ਐਮ ਗੈਟਿੰਗ ਦ ਰਿਕੁਐਸਟ। ਹਾਂਜੀ, ਸਾਰੇ ਤੁਹਾਡੇ ਨਾਲ ਕਨੈਕਟ ਜ਼ਿਆਦਾ ਹੋ ਜਾਣਗੇ। ਹਾਂਜੀ, ਥੈਂਕ ਯੂ ਸੋ ਮਚ। ਹਾਂਜੀ, ਨੋ ਵਰੀ। ਯਾ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਤੁਸੀਂ ਆਪਣੀ ਲਾਈਫ ਵਿੱਚ ਸਿਰਫ ਆਪਣੇ ਕਰਮ ਤੇ ਆਪਣੇ ਜਿਹੜਾ ਤੁਹਾਡਾ ਆਪਣੀ ਐਫਰਟ ਸੀ ਉਹਦੇ ਤੇ ਫੋਕਸ ਕੀਤਾ ਕਿ ਉਹ ਬੜੀ ਸੱਚੀ ਸੁੱਚੀ ਰਹੇ, ਜੋ ਵੀ ਸਿਚੁਏਸ਼ਨ ਬਣਦੀ ਆ। ਗੁਰਬਾਣੀ ਦਾ ਅਸਲੀ ਜਿਹੜਾ ਸਪੋਰਟ ਹੈ ਉਹਨੂੰ ਸਮਝਿਆ ਕਿ ਗੁਰਬਾਣੀ ਤੇ ਆਲਵੇਜ਼ ਹੈਗੀ ਆ। ਇਹ ਸਾਨੂੰ ਸਭ ਨੂੰ ਸਮਝਣ ਦੀ ਲੋੜ ਆ। ਉਹ ਸਾਨੂੰ ਸਾਡੇ ਨਾਲ ਹਮੇਸ਼ਾ ਗੱਲ ਕਰ ਰਹੀ ਆ, ਅਸੀਂ ਉਹਨੂੰ ਸੁਣਨਾ, ਅਸੀਂ ਉਹਨੂੰ ਸਮਝਣਾ ਹੈ। ਤੇ ਇਸੇ ਤਰੀਕੇ ਨਾਲ ਤੁਸੀਂ ਆਪਣੀ ਖੁਦ ਦੀ ਵਿਲ ਪਾਵਰ, ਜਿਹੜੀ ਖੁਦ ਦੀ ਇੱਛਾ ਸੀਗੀ, ਉਹਦੇ ਵੱਲ, ਆਪਣੀ ਥਰਸਟ ਨੂੰ ਜਗਾਇਆ ਤੇ ਉਹਦੇ ਵੱਲ ਤੁਸੀਂ ਚੱਲੇ ਹੋ। ਇਹ ਤੁਹਾਡੀ ਜਰਨੀ ਰਹੀ ਹੈ। ਸਾਡੇ ਸਭ ਵਾਸਤੇ ਵੀ ਆ ਕਿ ਕਿਸੇ ਦੇ ਕਹਿਣ ਤੇ ਨਹੀਂ, ਬਲਕਿ ਆਪਣੇ ਅੰਦਰ ਸਾਨੂੰ ਫੀਲਿੰਗ ਹੋਣੀ ਚਾਹੀਦੀ ਹੈ, ਆਪਣੇ ਅੰਦਰ ਘਾਟ ਮਹਿਸੂਸ ਹੋਣੀ ਚਾਹੀਦੀ ਕਿ ਮੈਨੂੰ ਕਿਹੜੀ ਚੀਜ਼ ਦੀ ਲੋੜ ਹੈ। ਸੋ ਦਿਸ ਇਜ਼ ਵਾਟ ਵੀ ਹੈਵ ਗॉट ਆਊਟ ਆਫ ਵਾਟ ਯੂ ਐਕਸਪਲੇਨਡ। ਮੈਨੂੰ ਇਹ ਤੁਹਾਡਾ ਸਫ਼ਰ ਰਿਹਾ ਹੁਣ ਤੱਕ, ਤੇ ਜਿੱਥੇ ਵੀ ਤੁਸੀਂ ਹੁਣ ਹੋ, ਉਸ ਸਕੂਲ ਟਾਈਮ ਤੋਂ ਲੈ ਕੇ ਪ੍ਰੋਫੈਸ਼ਨਲੀ ਇਸ ਤੱਕ ਤੁਸੀਂ ਆਪਣੇ ਆਪ ਨੂੰ ਖੋਜਿਆ, ਆਪਣੇ ਪ੍ਰੋਫੈਸ਼ਨ ਨੂੰ ਖੋਜਿਆ, ਆਪਣੀ ਐਫਰਟ ਨੂੰ ਉਸ ਗੁਰਬਾਣੀ ਦੇ ਨਾਲ ਅਲਾਈਨ ਕਰਕੇ ਚੱਲਦੇ ਰਹੇ। ਤੇ ਜੇ ਇਸੇ ਤਰ੍ਹਾਂ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਤੁਹਾਡੀ ਲਾਈਫ ਦੇ ਵਿੱਚ ਤੁਹਾਡਾ ਕੀ ਐਫਰਟ ਰਹਿੰਦਾ ਕਿ ਜਿਵੇਂ ਹੁਣ ਤੁਸੀਂ ਪ੍ਰੋਫੈਸ਼ਨਲੀ ਸਟੇਬਲ ਹੈਗੇ ਹੋ, ਸੈਟਅਪ ਹੈਗੇ ਹੋ, ਯੂ ਆਰ ਦੇਅਰ ਆਲਰੇਡੀ, ਯੂ ਹੈਵ ਅਚੀਵਡ ਸਮ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ, ਪਰ ਅੱਜ ਦੇ ਟਾਈਮ ਵਿੱਚ ਬਿਕੋਜ਼ ਇੱਕ ਸਿੱਖ ਨੇ ਆਲਰੇਡੀ ਆਲਮੋਸਟ ਐਵਰੀ ਡੇ ਗਰੋ ਕਰਦੇ ਰਹਿਣਾ। ਤੁਹਾਡੀ ਹੁਣ ਕੀ ਐਫਰਟ ਹੈਗੇ, ਤੁਸੀਂ ਆਪਣੇ ਆਪ ਨੂੰ ਕਿਵੇਂ ਗੁਰਬਾਣੀ ਦੇ ਨਾਲ ਕਨੈਕਟ ਕਰਦੇ ਹੋ, ਕਿਵੇਂ ਆਪਣੇ ਆਪ ਨੂੰ ਇੰਟਰੋਸਪੈਕਟ ਕਰਦੇ ਹੋ, ਕੀ ਐਫਰਟ ਹੈ, ਕੀ ਐਵਰੀ ਡੇ ਕਿੱਦਾਂ ਤੁਹਾਡਾ ਇਹ ਹੈਗਾ ਕਨੈਕਸ਼ਨ, ਹਾਊ ਡੂ ਯੂ ਸੈਟ ਅਪ ਦੈਟ? ਆਈ ਥਿੰਕ ਜਿੱਥੇ ਗੁਰਬਾਣੀ ਨਾਲ ਕਨੈਕਸ਼ਨ ਦੀ ਗੱਲ ਹੈ, ਆਈ ਵੁੱਡ ਸੇ ਮੈਨੂੰ ਆਪਣੇ ਆਪ ਨੂੰ ਇੰਟਰੋਸਪੈਕਟ ਹਰ ਰੋਜ਼ ਬਹੁਤ ਵੱਡੇ ਲੈਵਲ ਤੇ ਨਹੀਂ, ਬਟ ਬਹੁਤ ਛੋਟੇ ਲੈਵਲ ਤੇ ਇੰਨੀ ਚੀਜ਼ ਸਮਝ ਆ ਗਈ ਕਿ ਮੈਂ ਇਸ ਚੀਜ਼ ਨੂੰ ਆਇਡੈਂਟੀਫਾਈ ਕਰਾਂ ਕਿ ਮੈਨੂੰ ਕਿਹੜੀ ਚੀਜ਼ ਨੇ ਕਿਹੜੀ ਗੱਲ ਤੋਂ ਮੈਨੂੰ ਗੁੱਸਾ ਆਉਣ ਲੱਗ ਗਿਆ, ਕਿਹੜੀ ਗੱਲ ਤੋਂ ਮੈਂ ਡਿਸਅਪੁਆਇੰਟ ਹੋ ਗਿਆ, ਰਾਈਟ, ਕਿਹੜੀ ਗੱਲ ਤੋਂ ਮੈਂ ਕ੍ਰੇਜ਼ੀ ਹੋ ਗਿਆ, ਰਾਈਟ, ਮੈਂ ਆਪਣਾ ਰਸਤਾ ਛੱਡ ਕੇ ਮੈਂ ਰਸਤਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਰਾਈਟ, ਜਾਂ ਕਿਹੜੀ ਗੱਲ ਮੇਰੇ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਈ,
ਓਕੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਮੈਂ ਕੈਚ ਕਰਨ ਲੱਗ ਗਿਆ, ਆਈ ਵਿਲ ਗਿਵ ਮਤਲਬ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਜੋ ਮੈਂ ਇੱਥੇ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਸਪੋਜ਼ ਕਰੋ ਕਿ ਮੇਰਾ ਸੀਏ ਦਾ ਐਗਜ਼ਾਮ ਸੀਗਾ, ਓਕੇ। ਸੀਏ ਦੇ ਐਗਜ਼ਾਮ ਦੇ ਵਿੱਚ ਇੱਕ ਅਟੈਂਪਟ ਮੇਰੇ ਤੋਂ ਰਹਿ ਗਿਆ, ਰਾਈਟ। ਆਈ ਵਾਜ਼ ਨਾਟ ਏਬਲ ਟੂ ਕਲੀਅਰ ਐਂਡ ਮੈਨੂੰ ਇਸ ਗੱਲ ਦਾ ਆਈ ਫੈਲਟ ਵੈਰੀ ਬੈਡ ਕਿ ਮੈਂ ਤਾਂ ਬੜੀ ਮਿਹਨਤ ਕੀਤੀ ਯਾਰ, ਮੇਰਾ ਸੀਏ ਦਾ ਉਹ ਐਗਜ਼ਾਮ ਹੀ ਨਹੀਂ ਕਲੀਅਰ ਹੋਇਆ, ਰਾਈਟ। ਐਟ ਦ ਸੇਮ ਟਾਈਮ ਉਸੇ ਟਾਈਮ ਪੀਰੀਅਡ ਦੇ ਵਿੱਚ ਜਦੋਂ ਮੇਰੇ ਕੋਲ ਵਿਹਲਾ ਟਾਈਮ ਹੁੰਦਾ ਸੀਗਾ, ਮੈਨੂੰ ਆਪਣੇ ਆਪ ਨੂੰ ਐਨਰਜਾਈਜ਼ ਕਰਨ ਲਈ ਮੈਂ ਕਿਹਾ ਯਾਰ ਚਲੋ ਜਾ ਕੇ ਫੁੱਟਬਾਲ ਖੇਡੀਏ ਥੋੜੀ ਦੇਰ, ਹੈਨਾ। ਸ਼ਾਮੀ ਬੱਚੇ ਆਉਂਦੇ ਨੇ ਪਾਰਕ ਵਿੱਚ, ਥੋੜੀ ਦੇਰ ਖੇਡੋ। ਉਹ ਮੈਚ ਮੈਂ 5-0 ਤੋਂ ਹਾਰ ਗਿਆ, ਰਾਈਟ। ਬਟ ਮੈਨੂੰ ਫਿਰ ਵੀ ਬੜਾ ਵਧੀਆ ਲੱਗਿਆ, ਇੰਜੋਇਡ ਇਟ ਕਿ ਯਾਰ ਦੇਖੋ ਮੈਂ ਖੇਡਿਆ, ਮੈਂ ਨਾ ਪਾਰਟਿਸਿਪੇਟ ਕੀਤਾ, ਮੈਚ ਹਾਰ ਗਿਆ, ਦੈਟਸ ਨਾਟ ਅ ਟਰਬਲ, ਰਾਈਟ। ਉਹ ਤਾਂ ਮੈਂ ਇੰਜੋਏ ਕਰਨ ਗਿਆ ਸੀ ਗੇਮ ਨੂੰ, ਓਕੇ। ਬਟ ਉਹ ਵਾਲੀ ਹਾਰ ਮੈਨੂੰ ਫੀਲ ਨਹੀਂ ਹੋਈ। ਇਹ ਜਿਹੜਾ ਐਗਜ਼ਾਮ ਨਹੀਂ ਕਲੀਅਰ ਹੋਇਆ, ਇਹ ਵਾਲੀ ਹਾਰ ਫੀਲ ਹੋ ਗਈ। ਸੋ ਐਂਡ ਆਫ ਦਾ ਡੇ ਇਹ ਮੇਰੀ ਇੰਟਰੋਸਪੈਕਸ਼ਨ ਹੈ, ਕਿਹੜੀ ਚੀਜ਼ ਦੇ ਉੱਤੇ ਮੈਨੂੰ ਡਿਸਅਪੁਆਇੰਟਮੈਂਟ ਹੋਣ ਲੱਗ ਜਾਂਦੀ ਹੈ, ਕਿਹੜੀ ਚੀਜ਼ ਦੇ ਉੱਤੇ ਮੈਂ ਡਿਸਅਪੁਆਇੰਟ ਨਹੀਂ ਹੁੰਦਾ, ਰਾਈਟ। ਸੋ ਇਹ ਮੈਂ ਆਪਣੇ ਆਪ ਨੂੰ ਸੈੱਟ ਕੀਤਾ ਹੋਇਆ, ਮੈਂ ਇੱਕ ਪੈਰਾਡਾਈਮ ਬਣਾਇਆ ਹੋਇਆ ਆਪਣਾ ਕਿ ਇਹ ਚੀਜ਼ਾਂ ਮੇਰੀ ਲਾਈਫ 'ਚ ਬਹੁਤ ਜ਼ਰੂਰੀ ਹੈ। ਜੇ ਇਹਦੇ 'ਚ ਮੈਂ ਫੇਲੀਅਰ ਹੋ ਜਾਵਾਂਗਾ ਤਾਂ ਮੈਨੂੰ ਦੁਖੀ ਹੋਣਾ ਹੈ, ਰਾਈਟ। ਐਟ ਦ ਸੇਮ ਟਾਈਮ ਗੁਰਬਾਣੀ ਮੈਨੂੰ ਹਮੇਸ਼ਾ ਵੱਡੇ ਰਸਤੇ ਲਈ ਪ੍ਰੇਰ ਰਹੀ ਹੈ। ਗੁਰਬਾਣੀ ਮੈਨੂੰ ਹਮੇਸ਼ਾ ਵੱਡੀਆਂ ਚੀਜ਼ਾਂ, ਵੱਡੇ ਉਦਮ ਦੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਰਾਈਟ। ਸੋ ਵਟ ਹੈਪਨਸ ਇਜ਼ ਜਦੋਂ ਵੀ ਇਹੋ ਜਿਹਾ ਪੁਆਇੰਟ ਆਫ ਟਾਈਮ ਆਇਆ, ਰਾਈਟ, ਤਾਂ ਮੈਂ ਆਪਣੀ ਇੰਟਰੋਸਪੈਕਸ਼ਨ ਤੇ ਪਹਿਲਾਂ ਧਿਆਨ ਦਿੱਤਾ ਕਿ ਇਹ ਚੀਜ਼ ਮੈਨੂੰ ਕ੍ਰੇਜ਼ੀ ਕਿਉਂ ਕਰ ਰਹੀ ਹੈ, ਇਸ ਚੀਜ਼ ਤੇ ਮੈਨੂੰ ਗੁੱਸਾ ਕਿਉਂ ਆ ਰਿਹਾ, ਰਾਈਟ। ਕਿ ਜਦੋਂ ਮੇਰੇ ਆਪਣੇ ਮਦਰ ਮੈਨੂੰ ਡਾਂਟਣਗੇ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਏਗਾ, ਰਾਈਟ। ਜਦੋਂ ਰਾਹ ਚੱਲਦਾ ਕੋਈ ਮੈਨੂੰ ਡਾਂਟ ਗਿਆ, ਮੈਂ ਕਹਾਂਗਾ ਛੱਡ ਯਾਰ, ਮੈਨੂੰ ਕੀ ਫਰਕ ਪੈਂਦਾ, ਮੈਂ ਨਿਕਲ ਗਿਆ, ਰਾਈਟ। ਸੋ ਚੀਜ਼ ਸੇਮ ਹੀ ਹੁੰਦੀ ਹੈ, ਇੱਕ ਪੁਆਇੰਟ ਤੇ ਮੈਨੂੰ ਮਾੜਾ ਲੱਗਦਾ, ਦੂਜੇ ਪੁਆਇੰਟ ਤੇ ਮੈਨੂੰ ਮਾੜਾ ਨਹੀਂ ਲੱਗਦਾ। ਸੋ ਦੈਟ ਇਜ਼ ਹਾਊ ਆਈ ਨੀਡ ਟੂ ਅਸੈਸ ਮਾਈ ਸੈਲਫ, ਰਾਈਟ। ਜਦੋਂ ਮੈਂ ਇਹ ਵਾਲੇ ਪੁਆਇੰਟਸ ਫੜਨੇ ਸ਼ੁਰੂ ਕਰਤੇ ਤਾਂ ਗੁਰਬਾਣੀ ਆਪਣੇ ਆਪ ਹੀ ਮੇਰੀ ਹੈਲਪ ਦੇ ਲਈ ਸਾਹਮਣੇ ਆ ਗਈ, ਰਾਈਟ। ਗੁਰਬਾਣੀ ਨੇ ਕਲੀਅਰ ਹੀ ਕਰਨਾ ਸ਼ੁਰੂ ਕਰਤਾ ਕਿ ਅੱਛਾ ਪੈਰਾਡਾਈਮ ਤਾਂ ਇਹ ਹੈ, ਨਾ ਫੁੱਟਬਾਲ ਖੇਡਣ ਵਾਲਾ ਪੈਰਾਡਾਈਮ ਹੈ, ਨਾ ਜੌਬ ਕਰਨ ਵਾਲਾ ਪੈਰਾਡਾਈਮ ਹੈ। ਐਕਚੁਅਲੀ ਤੰਗ ਹੋਣ ਵਾਲੀ ਗੱਲ ਕੁਝ ਹੋਰ ਹੈ। ਮੈਂ ਐਵੇਂ ਬਣਾ ਲਈ ਕਿ ਫੁੱਟਬਾਲ ਖੇਡਣਾ, ਕ੍ਰਿਕਟ ਖੇਡਣਾ, ਇੰਜੋਇਮੈਂਟ ਕਰਨ ਲਈ ਜਿਮ ਜਾਣਾ, ਇਹਨੂੰ ਜ਼ਿਆਦਾ ਇਹਦੇ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ, ਜਿੰਨਾ ਕੁ ਹੋ ਜੇ ਵਧੀਆ। ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਤਾਂ ਪੜ੍ਹਾਈ ਦੀ ਹੈ, ਰਾਈਟ। ਬਟ ਜਦੋਂ ਆਪਣੀ ਇੰਟਰੋਸਪੈਕਸ਼ਨ, ਜਦੋਂ ਗੁਰਬਾਣੀ ਦੀ ਨਜ਼ਰ 'ਚ ਸਮਝਿਆ ਤਾਂ ਜ਼ਿਆਦਾ ਟੈਨਸ਼ਨ ਲੈਣ ਵਾਲੀ ਗੱਲ ਕੋਈ ਹੋਰ ਹੈ, ਰਾਈਟ। ਜ਼ਿਆਦਾ ਟੈਨਸ਼ਨ ਲੈਣ ਵਾਲੀ ਗੱਲ ਆਪਣੇ ਆਪ ਨੂੰ ਸਵਾਰਨਾ ਹੈ, ਬਿਯੋਂਡ ਮਾਈ ਓਨ ਪ੍ਰੋਫੈਸ਼ਨ, ਰਾਈਟ। ਸੋ ਆਈ ਥਿੰਕ ਜਿੱਥੇ ਗੁਰਬਾਣੀ ਨਾਲ ਕਨੈਕਟ ਹੋਣ ਦੀ ਗੱਲ ਆ ਰਹੀ ਹੈ ਡੇਲੀ ਰੂਟੀਨ ਦੇ ਵਿੱਚ, ਇਹ ਰਿਵਰਸ ਫਿਨੋਮੀਨਾ ਹੈ, ਰਾਈਟ। ਜਿੱਦਾਂ ਮੈਨੂੰ ਜੇ ਪਿਆਸ ਲੱਗੀ ਹੈ, ਰਾਈਟ, ਤਾਂ ਮੈਨੂੰ ਆਪਣੇ ਆਪ ਹੀ ਪਾਣੀ ਦੀ ਤਲਾਸ਼ ਵਿੱਚ ਮੈਂ ਨਿਕਲ ਪਾਂਗਾ, ਰਾਈਟ। ਏਦਾਂ ਸਮਝ ਲਈਏ ਕਿ ਜਦੋਂ ਵੈਕਿਊਮ ਕ੍ਰੀਏਟ ਹੋ ਗਿਆ ਨਾ ਕਿਸੇ ਧਰਤੀ ਦੇ ਉੱਤੇ, ਤਾਂ ਹਵਾ ਤਾਂ ਆਪਣੇ ਆਪ ਹੀ ਚੱਲੇਗੀ ਉੱਥੇ, ਬਿਕੋਜ਼ ਇੱਕ ਵੈਕਿਊਮ ਆ ਗਿਆ ਉੱਥੇ, ਤਾਂ ਹਵਾ ਨੇ ਆਣਾ ਹੀ ਆਣਾ। ਦੀ ਫਰੈਸ਼ ਏਅਰ ਹੈਜ਼ ਟੂ ਕਮ ਇਨ, ਰਾਈਟ। ਮੇਰੀ ਲਾਈਫ ਦੀ ਆਈ ਥਿੰਕ ਗੁਰਬਾਣੀ ਨੂੰ ਲੈ ਕੇ ਅੰਡਰਸਟੈਂਡਿੰਗ ਜਦ ਤੱਕ ਇਹ ਰਹੇਗੀ ਕਿ ਮੇਰਾ ਵੈਕਿਊਮ ਕ੍ਰੀਏਟ ਹੋਏ ਨਾ ਹੋਏ, ਮੈਂ ਉੱਪਰੋਂ ਪੋਰ ਇਨ ਕਰੀ ਜਾਵਾਂ ਫਰੈਸ਼ ਏਅਰ ਆਫ ਗੁਰਬਾਣੀ, ਆਈ ਥਿੰਕ ਮੈਨੂੰ ਜ਼ਿਆਦਾ ਹੈਲਪ ਨਹੀਂ ਹੋਏਗੀ। ਫਰਸਟ ਥਿੰਗ ਇਜ਼ ਕਿ ਮੈਨੂੰ ਆਪਣੇ ਅੰਦਰ ਦੀਆਂ ਜਿਹੜੀਆਂ ਕਮੀਆਂ ਉਹਨਾਂ ਨੂੰ ਸਮਝਣਾ ਪਏਗਾ ਕਿ ਮੈਂ ਡਿਸਅਪੁਆਇੰਟ ਕਿਉਂ ਹੋ ਰਿਹਾ, ਮੈਂ ਤੰਗ ਕਿਉਂ ਹੋ ਰਿਹਾ, ਵਾਈ ਆਈ ਕੈਨੋਟ ਬੀ ਹੈਪੀ ਆਲ ਦਾ ਟਾਈਮ ਇਨ ਆਲ ਦੀ ਸਿਚੁਏਸ਼ਨ। ਮੇਰੀ ਜੌਬ ਲੇ ਆਫ ਹੋ ਜਾਏ ਤਾਂ ਵੀ ਮੈਂ ਖੁਸ਼ ਕਿਉਂ ਨਹੀਂ ਹੋ ਸਕਦਾ, ਰਾਈਟ। ਮੈਨੂੰ ਘਰ 'ਚ ਡਾਂਟ ਪੈ ਜਾਏ, ਇਨ ਆਲ ਸਫੀਅਰਸ ਜਿੱਥੇ ਜਿੱਥੇ ਮੈਨੂੰ ਪ੍ਰੋਬਲਮ ਆ ਰਹੀ ਹੈ, ਜੇ ਮੈਂ ਉਹ ਆਇਡੈਂਟੀਫਾਈ ਕਰਨ ਲੱਗ ਜਾਵਾਂ ਤਾਂ ਫਿਰ ਜੇ ਮੈਂ ਗੁਰਬਾਣੀ ਨੂੰ ਉਸ ਨਜ਼ਰੀਏ ਤੋਂ ਪੜ੍ਹਾਂ ਕਿ ਇਸ ਪ੍ਰੋਬਲਮ ਦਾ ਹੱਲ ਕੀ ਹੈ, ਤਾਂ ਗੁਰਬਾਣੀ ਹਮੇਸ਼ਾ ਹੀ ਹੱਲ ਲੈ ਕੇ ਅਵੇਲੇਬਲ ਹੈ। ਆਈ ਥਿੰਕ ਕਨੈਕਟ ਦਾ ਜਿਹੜਾ ਰਸਤਾ ਇਨ ਦਿਸ ਲਾਈਫ ਮੈਨੂੰ ਲੱਗ ਰਿਹਾ ਉਹ ਇਸ ਚੀਜ਼ ਤੋਂ ਨਿਕਲੇਗਾ ਕਿ ਮੇਰੀ ਪਿਆਸ ਕਿੰਨੀ ਵੱਡੀ ਹੈ, ਰਾਈਟ। ਜਿੰਨੀ ਮੈਂ ਆਪਣੀ ਪਿਆਸ ਨੂੰ ਵੱਡਾ ਕਰੀ ਜਾਵਾਂਗਾ ਗੁਰਬਾਣੀ ਉਨਾ ਜ਼ਿਆਦਾ ਮੇਰੀ ਸਪੋਰਟ ਦੇ ਲਈ ਗੁਰਬਾਣੀ ਇਜ਼ ਅਵੇਲੇਬਲ, ਰਾਈਟ।
ਮੈਨੂੰ ਹੁਣ ਤੱਕ ਜੀ ਤੁਹਾਡੀ ਜੇ ਤੁਸੀਂ ਸਮਝਾਇਆ ਹੈ ਸਾਨੂੰ ਐਜ਼ ਜੇ ਮੈਂ ਸਟੂਡੈਂਟਸ ਦੀ ਨਜ਼ਰ ਤੋਂ ਵੇਖਾਂ ਸਟੂਡੈਂਟਸ ਨੂੰ ਵੀ ਮੈਂ ਇਸ ਦੌਰਾਨ ਕਹਿਣਾ ਚਾਹਾਂਗੀ ਕਿ ਜੇ ਕਿਸੇ ਕੋਲ ਕੋਈ ਸਵਾਲ ਹੈਗਾ ਆ ਤੇ ਉਹ ਪਲੀਜ਼ ਆਪਣੇ ਇਨਬਾਕਸ ਦੇ ਵਿੱਚ ਪਲੀਜ਼ ਚੈਟ ਬਾਕਸ ਦੇ ਵਿੱਚ ਲਿਖੀ ਜਾਣ ਸੋ ਦੈਟ ਮੈਂ ਤੁਹਾਡੇ ਕੁਐਸਚਨਸ ਫਾਰਵਰਡ ਕਰਦਾ ਅਸੀਂ ਕਾਫੀ ਜ਼ਿਆਦਾ ਨੰਬਰ ਵਿੱਚ ਆਪਾਂ ਮਿਊਟ ਰਹੀਏ ਪਰ ਕੁਐਸਚਨਸ ਪਲੀਜ਼ ਆਪਾਂ ਲਿਖੀ ਜਾਈਏ ਤੇ ਮੈਂ ਤੁਹਾਡੀ ਗੱਲ ਤੋਂ ਵੀਰ ਜੀ ਜੋ ਸਮਝੀ ਆ ਤੇ ਜੋ ਮੈਂ ਸਟੂਡੈਂਟਸ ਦੇ ਪਰਸਪੈਕਟਿਵ ਤੋਂ ਮੈਂ ਫਿਰ ਇੱਕ ਜੋ ਮੈਨੂੰ ਆਈ ਐਮ ਜਸਟ ਰੀਅਸ਼ੋਰਿੰਗ ਕਿ ਐਦਾਂ ਨਹੀਂ ਹੈ ਐਦਾਂ ਵੀਰ ਜੀ ਦਾ ਇਹ ਕਹਿਣਾ ਆ ਕਿ ਅਸੀਂ ਆਪਣੀ ਐਫਰਟ ਜਿਹੜੀ ਆ ਉਹ ਲਾਈ ਜਾਣੀ ਆ ਆਪਣੇ ਆਪ ਨੂੰ ਬਰਨ ਆਊਟ ਨਹੀਂ ਕਰਨਾ ਐਦਾਂ ਨਹੀਂ ਹੈ ਕਿ ਮੈਂ ਫਰਸਟ੍ਰੇਟ ਹੋ ਗਿਆ ਇਸ ਇੱਕ ਗੱਲ ਨੂੰ ਲੈ ਕੇ ਉਹ ਆਪਣਾ ਪਰਸਪੈਕਟਿਵ ਹੈ ਇਹੀ ਉਹੀ ਗੱਲ ਸਾਨੂੰ ਵੀਰ ਜੀ ਸਮਝਾ ਰਹੇ ਨੇ ਕਿ ਛੋਟੇ ਚੀਜ਼ ਨੂੰ ਲੈ ਕੇ ਅਸੀਂ ਆਪਣੀ ਸਾਰੀ ਫੋਕਸ ਉੱਥੇ ਨਹੀਂ ਲਾ ਦੇਣਾ ਉੱਥੇ ਨਾਰਾਜ਼ ਨਹੀਂ ਹੋ ਜਾਣਾ ਕਿਹਨੂੰ ਇੰਪੋਰਟੈਂਸ ਦੇਣੀ ਹੈ ਕਿਹਨੂੰ ਨਹੀਂ ਦੇਣੀ ਇਹ ਸਮਝਣ ਦੀ ਲੋੜ ਆ ਬਟ ਇਦਾਂ ਨਹੀਂ ਹੈ ਕਿ ਹੁਣ ਆਪਾਂ ਕਲਾਸ ਵਿੱਚ ਮੰਨ ਲਓ 8ਵੀਂ ਚ ਫੇਲ ਹੋ ਗਏ ਆ ਤੇ ਚਲੋ ਜੇ ਅਸੀਂ ਸਾਨੂੰ ਤਾਂ ਸਮਝਾਇਆ ਗਿਆ ਅਸੀਂ ਟੈਨਸ਼ਨ ਲੈਣੀ ਹੀ ਨਹੀਂ ਉਦਾਂ ਨਹੀਂ ਆ ਜੇ ਇੱਕ ਵਾਰੀ ਐਗਜ਼ਾਮ ਸੀ ਇਹਦਾ ਨਹੀਂ ਕਲੀਅਰ ਹੋਇਆ ਸੀ ਬਟ ਹੀ ਇਜ਼ ਨਾਓ ਅ ਸੀਏ ਅ ਵੈਰੀ ਸਕਸੈਸਫੁਲ ਵਨ ਇਹਦਾ ਮਤਲਬ ਇਹ ਨਹੀਂ ਕਿ ਹੁਣ ਰਹਿ ਗਈ 8ਵੀਂ 9ਵੀਂ ਰਹਿ ਗਈ ਟੈਨਸ਼ਨ ਕੋਈ ਨਹੀਂ ਹੁਣ ਆਪਾਂ ਕੁਝ ਹੋਰ ਵੇਖਦੇ ਆ ਫੋਕਸ ਉੱਥੇ ਰੱਖਣਾ ਆ ਆਪਣਾ ਉਦਮ ਉਸ ਡਾਇਰੈਕਸ਼ਨ ਵੱਲ ਰੱਖਣਾ ਜਿਹੜੀ ਚੀਜ਼ ਇੰਪੋਰਟੈਂਟ ਆ ਬਟ ਦ ਥਿੰਗ ਇਜ਼ ਆਪਾਂ ਸਟ੍ਰੈਸ ਆਊਟ ਨਹੀਂ ਹੋਣਾ ਆਪਣੀ ਜੇ ਸਾਨੂੰ ਖਿਜ ਆਉਂਦੀ ਹੈ ਗੁੱਸਾ ਆਉਂਦਾ ਹੈ ਜਿਹੜੀ ਉਹ ਗੱਲਾਂ ਨੇ ਆਪਣੇ ਜਿਹੜੇ ਆਪਣੀਆਂ ਚੀਜ਼ਾਂ ਨੇ ਜੋ ਮੈਨੂੰ ਮੈਂ ਚਾਹਾਂਗੀ ਕਿ ਜੇ ਇਹ ਗਲਤ ਆਇਆ ਜਾਂ ਮੈਂ ਬੱਚਿਆਂ ਦੇ ਪਰਸਪੈਕਟਿਵ ਤੋਂ ਸੋਚ ਰਹੀ ਹਾਂ ਤੇ ਇਹਨੂੰ ਵੀ ਜੀ ਕਲੀਅਰ ਕਰਨ ਕਿ ਆਪਣਾ ਜਿਹੜੀ એનર્ਜੀ ਹੈ ਉਹ ਇਹਨਾਂ ਗੱਲਾਂ ਤੇ ਖਰਾਬ ਨਹੀਂ ਕਰਨੀ ਕਿ ਮੈਂ ਸਟ੍ਰੈਸਡ ਆਊਟ ਹੋ ਗਿਆ ਮੈਂ ਬਰਨਡ ਆਊਟ ਹੋ ਗਿਆ ਹੁਣ ਮੇਰੇ ਤੋਂ ਨਹੀਂ ਹੋ ਰਿਹਾ ਲੀਵ ਇਟ ਆਪਣਾ ਉਦਮ ਉਸੇ ਪਾਸੇ ਵੱਲ ਕੰਸਟਰਕਟਿਵਲੀ ਜਾਰੀ ਰੱਖਣਾ ਹੈ ਗੁਰਬਾਣੀ ਦੀ ਸਪੋਰਟ ਦੇ ਨਾਲ ਤੇ ਉਧਰ ਹੀ ਚੱਲਣਾ ਹੈ ਵੀ ਆਈ ਸ਼ੁਡ ਡਿਸਾਈਡ ਕਿ ਛੋਟੀ ਚੀਜ਼ ਹੈ ਜ਼ਿੰਦਗੀ ਬਹੁਤ ਵੱਡੀ ਚੀਜ਼ ਹੈ ਮੇਰੇ ਮੋਰ ਮੇਜਰ ਪਰਸਪੈਕਟਿਵਸ ਹੋਰ ਹੈਗੇ ਨੇ ਆਈ ਥਿੰਕ ਮੈਨੂੰ ਇਹੀ ਸਮਝ ਆਈ ਹੈ ਤੇ ਜੇ ਕਿਸੇ ਦੇ ਸਵਾਲ ਹੈਗੇ ਆ ਪਲੀਜ਼ ਉਹ ਵੀ ਇਨਬਾਕਸ ਵਿੱਚ ਪਾਉਣ ਟੂ ਮੂਵ ਇਟ ਫਰਦਰ ਵੀਰ ਜੀ ਬਹੁਤ ਸੋਹਣਾ ਕੀਰਤਨ ਵੀ ਕਰਦੇ ਨੇ ਤੇ ਵਿੱਚੋਂ ਕੁਐਸਚਨਸ ਆਏ ਨੇ ਕਿ ਜੇ ਤੁਸੀਂ ਪਲੀਜ਼ ਇਹ ਵੀ ਦੱਸ ਸਕੋ ਜੇ ਤੁਸੀਂ ਐਵਰੀਡੇ ਜਿਹੜਾ ਕੀਰਤਨ ਕਰਦੇ ਹੋ ਅਸੀਂ ਬਾਣੀ ਨਾਲ ਜੁੜਦੇ ਹਾਂ ਉਹਦੀ ਸਾਨੂੰ ਕਿੰਨੀ ਸਟਰੈਂਥ ਮਿਲਦੀ ਹੈ ਅੰਦਰ ਆਪਣੇ ਆਪ ਨੂੰ ਇੱਕ ਬਿਕੋਜ਼ ਅਸੀਂ ਹਿਊਮਨਸ ਆ ਆਪਾਂ ਕਦੇ ਵੀ ਅਪ ਡਾਊਨ ਜਾਂਦੇ ਆ ਲਾਈਫ ਦੇ ਵਿੱਚ ਤੇ ਜੇ ਅਸੀਂ ਬਾਣੀ ਪੜ੍ਹਦੇ ਆ ਕੀਰਤਨ ਕਰਦੇ ਆ ਕਈ ਗਾਇਨ ਕਰਦੇ ਆ ਕਿ ਪੜ੍ਹਦੇ ਆ ਉਹਦੇ ਕਿੰਨੀ ਕੁ ਅਸੀਂ ਆਪਣੇ ਆਪ ਨੂੰ ਫਿਰ ਤੋਂ ਰਿਕਨਸਾਈਲ ਕਰਕੇ ਸਟਰੈਂਥਨ ਅਪ ਕਰਕੇ ਕਿੱਦਾਂ ਚੱਲਦੇ ਆ ਉਹਦੇ ਆਪਣੀ ਕੀਰਤਨ ਜਰਨੀ ਬਾਰੇ ਜੇ ਤੁਸੀਂ ਕੁਝ ਦੱਸਣਾ ਚਾਹੋ ਵੀਰ ਜੀ ਓਕੇ ਜੀ ਆਈ ਥਿੰਕ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਅਸੀਂ ਡੈਫੀਨੇਟਲੀ ਯੂ ਨੋ ਅਗੇਨ ਆਈਲ ਗੈਟ ਬੈਕ ਇੱਕ ਸਟੈਪ ਫਿਰ ਪਿੱਛੇ ਹੀ I would try to focus again on that ਕਿ ਅਗਰ ਮੈਂ ਸਵਾਲ ਠੀਕ ਕਰ ਲਏ ਨੇ ਰਾਈਟ ਤਾਂ ਡੈਫੀਨੇਟਲੀ ਜਦੋਂ ਉਸ ਪੁਆਇੰਟ ਤੇ ਮੈਂ ਗੁਰਬਾਣੀ ਨਾਲ ਸਾਂਝ ਪਾਉਂਦਾ ਤਾਂ ਮੇਰੇ ਆਨਸਰਸ ਆਪਣੇ ਆਪ ਹੀ ਆਣੇ ਸ਼ੁਰੂ ਹੋ ਜਾਣਗੇ ਰਾਈਟ ਅਗਰ ਮੈਂ ਕਿਸੇ ਚੀਜ਼ ਤੋਂ ਤੰਗ ਆ ਰਾਈਟ ਅਗਰ ਮੈਨੂੰ ਕਿਸੇ ਚੀਜ਼ ਦੀ ਪ੍ਰੋਬਲਮ ਲੱਗ ਰਹੀ ਹੈ ਉਹਨੂੰ ਮੈਂ ਆਪਣੇ ਅੰਦਰ ਆਪਣੀ ਕਮੀ ਨਾਲ ਰਿਲੇਟ ਕਰ ਲਿਆ ਰਾਈਟ ਤੇ ਗੁਰਬਾਣੀ ਹਮੇਸ਼ਾ ਹੀ ਆਨਸਰ ਕ੍ਰੀਏਟ ਕਰ ਰਹੀ ਹੈ ਉਸ ਤੋਂ ਅੱਗੇ ਓਕੇ ਸੋ ਆਈ ਥਿੰਕ ਕਿ ਗੁਰਬਾਣੀ ਪੜ੍ਹਨਾ ਗੁਰਬਾਣੀ ਨਾਲ ਸਾਂਝ ਪਾ ਕੇ ਰੱਖਣੀ ਇਟ ਇਜ਼ ਲਾਈਕ ਜਿੱਦਾਂ ਮੇਰਾ ਕੋਈ ਫਰੈਂਡ ਹੈ ਲਾਈਫ ਦੇ ਵਿੱਚ ਹੈ ਨਾ ਜਿਹਦੇ ਨਾਲ ਮੈਂ ਕੰਸਿਸਟੈਂਟਲੀ ਇੰਟਰੈਕਟ ਕਰ ਰਿਹਾ ਰਾਈਟ ਉਹ ਕਹਿੰਦੇ ਨਾ ਵੀ ਸੰਗਤ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਮੈਂ ਵੀ ਉਦਾਂ ਹੀ ਮੇਰਾ ਵੀ ਐਟੀਟਿਊਡ ਉਦਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਰਾਈਟ ਸੋ ਜੇ ਮੈਂ ਗੁਰਬਾਣੀ ਨਾਲ ਸਾਂਝ ਪਾ ਰਿਹਾ ਗੁਰਬਾਣੀ ਨੂੰ ਪੜ੍ਹ ਰਿਹਾ ਸਮਝ ਰਿਹਾ ਵਾਟ ਹੈਪਨਸ ਇਜ਼ ਕਿ ਇਹ ਜਿਹੜਾ ਪੈਰਾਡਾਈਮ ਸ਼ਿਫਟ ਹੈ ਇਹ ਆਟੋਮੈਟਿਕ ਹੈ ਇਹ ਹੋਣਾ ਹੀ ਹੋਣਾ ਰਾਈਟ ਦੈਟ ਇਜ਼ ਵੈਰੀ ਨੈਚੁਰਲ ਇਟ ਵਿਲ ਸਟਾਰਟ ਕਮਿੰਗ ਅਪ ਜੇ ਮੈਂ ਫਰੈਂਡ ਦੀ ਤਰ੍ਹਾਂ ਹੀ ਲੈ ਰਿਹਾ ਗੁਰਬਾਣੀ ਨੂੰ ਇੱਕ ਐਡਵਾਈਜ਼ਰ ਦੀ ਤਰ੍ਹਾਂ ਹੀ ਲੈ ਰਿਹਾ ਇੱਕ ਦੋਸਤ ਦੀ ਤਰ੍ਹਾਂ ਲੈ ਰਿਹਾ ਔਨ ਦੀ ਅਦਰ ਸਾਈਡ ਜੇ ਮੈਂ ਉਹਨੂੰ ਇੱਕ ਰਿਸਟ੍ਰਿਕਸ਼ਨ ਦੀ ਤੌਰ ਤੇ ਪੜ੍ਹ ਰਿਹਾ ਰਾਈਟ ਕਿ ਮੈਨੂੰ ਘਰਦਿਆਂ ਨੂੰ ਦਿਖਾਣਾ ਹੈ ਕਿ ਮੈਂ ਪਾਠ ਵੀ ਕੀਤਾ ਮੈਨੂੰ ਲੋਕਾਂ ਨੂੰ ਦਿਖਾਣਾ ਕਿ ਮੈਂ ਸੇਵਾ ਵੀ ਕੀਤੀ ਰਾਈਟ ਜੇ ਮੈਂ ਇਸ ਕੰਟੈਕਸਟ ਦੇ ਵਿੱਚੋਂ ਉਹਨੂੰ ਲੈ ਕੇ ਚੱਲਾਂਗਾ ਤਾਂ ਆਈ ਥਿੰਕ ਮੈਂ ਉਹਦਾ ਕਰੈਕਸ ਮਿਸ ਕਰਦਾ ਰਹਾਂਗਾ ਹਮੇਸ਼ਾ ਹੀ ਰਾਈਟ ਮੈਂ ਉਸ ਚੋਂ ਇਟ ਇਜ਼ ਲਾਈਕ ਅ ਫੋਰਸਡ ਫਰੈਂਡਸ਼ਿਪ ਦੈਨ ਕਿ ਮੈਨੂੰ ਮੇਰੇ ਘਰਦਿਆਂ ਨੇ ਕਿਹਾ ਜ਼ਬਰਦਸਤੀ ਤੂੰ ਦੋਸਤ ਬਣਾ ਲੈ ਉਹ ਕਦੇ ਵੀ ਮੈਂ ਦੋਸਤ ਬਣਾ ਹੀ ਨਹੀਂ ਪਾਵਾਂਗਾ ਰਾਈਟ ਔਨ ਦੀ ਅਦਰ ਸਾਈਡ ਜੇ ਮੈਂ ਆਪਣੀ ਸਿਚੁਏਸ਼ਨ ਨੂੰ ਸਮਝ ਕੇ ਜੇ ਮੈਂ ਇਸ ਚੀਜ਼ ਨੂੰ ਅਲਾਈਨ ਕਰ ਲਿਆ ਕਿ ਗੁਰਬਾਣੀ ਤੋਂ ਮੈਂ ਐਡਵਾਈਸ ਲੈਣੀ ਹੈ ਉਹ ਜਿਹੜੀ ਐਡਵਾਈਸ ਆ ਰਹੀ ਹੈ ਮੈਂ ਉਹਨੂੰ ਸੱਚ ਕਰਕੇ ਮੰਨੀ ਜਾਵਾਂ ਨਾ ਫੋਲੋ ਕਰਾਂ ਐਟਲੀਸਟ ਟਰੂਥ ਮੰਨ ਲਵਾਂ ਕਿ ਸੱਚ ਤਾਂ ਹੀ ਹੈ
मैं फॉलो नहीं कर पा रहा, राइट। डेफिनेटली मेरी ਜਿਹੜੀ ਚੇਂਜ ਹੈ ਉਹ ਬਹੁਤ ਹੀ ਜ਼ਿਆਦਾ there is a possibility that will happen just because ਕਿ ਮੈਂ ਉਹਨੂੰ ਦਿਲੋਂ ਮੰਨ ਰਿਹਾ ਕਿ this is my true advisor, right? So that's what I would like to say ਕਿ ਜਦੋਂ ਕੀਰਤਨ ਦੇ ਰਾਹੀਂ ਜੁੜਨਾ ਹੈ, ਰਾਈਟ, ਕਿਸੇ ਵੀ ਤਰ੍ਹਾਂ ਜੁੜ ਸਕਦੇ ਹਾਂ, ਚਾਹੇ ਗਾ ਕੇ, ਚਾਹੇ ਸਮਝ ਕੇ, ਚਾਹੇ ਪੜ੍ਹ ਕੇ, ਕਿਸੇ ਵੀ ਤਰ੍ਹਾਂ ਗੁਰਬਾਣੀ ਨਾਲ ਅਸੀਂ ਐਸੋਸੀਏਟ ਹੁੰਦੇ ਹਾਂ। ਤੇ ਜੇ ਮੈਂ ਉਹਨੂੰ ਐਜ਼ ਅ ਫਰੈਂਡ ਪਿਕ ਕਰ ਲੈਣਾ ਲਾਈਫ ਦੇ ਵਿੱਚ, definitely changes will come. ਹਾਂਜੀ ਵੀਰ ਜੀ, ਥੈਂਕ ਯੂ ਸੋ ਮਚ। ਇਹੀ ਸੀਗਾ ਜ਼ਿਆਦਾ ਕਿ ਇਸ ਤਰ੍ਹਾਂ, ਕਿਉਂਕਿ ਮੈਨੂੰ ਖੁਦ ਨੂੰ ਫੀਲ ਹੋ ਰਿਹਾ ਸੀਗਾ ਕਿ ਜੇ ਅਸੀਂ ਲੈਂਦੇ ਹਾਂ ਕਿ ਸਵੇਰੇ ਇੱਕ ਵਾਰੀ ਨਿਤਨੇਮ ਕਰ ਲਈਏ ਤੇ ਸ਼ਾਮ ਗੁਰਦੁਆਰਾ ਸਾਹਿਬ ਦਾ ਪਾਠ ਕਰ ਲਈਏ, ਤੇ ਸਿਰਫ ਨਿਤਨੇਮ ਕਰਨਾ, ਇਹ ਬਾਣੀ ਨਾਲ ਜੁੜਨਾ ਨਹੀਂ ਹੈਗਾ। ਬਾਣੀ ਦੇ ਨਾਲ ਉਹੀ ਦੋਸਤੀ ਪਾਉਣੀ ਆ, ਉਹਨੂੰ ਬਾਣੀ ਦੇ ਲੈਸਨਸ ਆਪਾਂ ਜ਼ਿੰਦਗੀ ਵਿੱਚ ਜੀਣੇ ਆ, ਨਾਲ ਨਾਲ ਚੱਲਣੇ ਆ। ਤੇ ਸਾਨੂੰ ਇਹੀ ਜੋ ਤੁਹਾਡੇ ਨਾਲ ਹੁਣ ਗੱਲਬਾਤ ਹੋਈ, ਇਹਦੇ ਵਿੱਚੋਂ ਇਹ ਕਨਕਲੂਜਨ ਨਿਕਲ ਰਿਹਾ ਕਿ ਸ਼ੁਰੂ ਤੋਂ ਲੈ ਕੇ ਜਿਵੇਂ ਜਿਵੇਂ ਅਸੀਂ ਪਲਾਨ ਕਰਦੇ ਹਾਂ, ਛੋਟੀ ਕਲਾਸ ਤੋਂ ਲੈ ਕੇ ਵੱਡੀ ਕਲਾਸ ਤੱਕ ਅਸੀਂ ਆਹ ਕਰਨਾ ਹੈ, ਉਹ ਐਜ਼ ਇਟ ਇਜ਼ ਨਹੀਂ ਜਾਂਦਾ। ਲਾਈਫ ਇਜ਼ ਅ ਬਿਗਰ ਪਰਸਪੈਕਟਿਵ। ਤੇ ਜਿਹੜੇ ਵੀ ਆਪਾਂ ਹੁਣ ਸਟੂਡੈਂਟ ਸਾਰੇ ਇਕੱਠੇ ਬੈਠੇ ਨੇ 8ਵੀਂ 9ਵੀਂ 10ਵੀਂ ਦੇ, ਤੁਹਾਡੇ ਆਪਣੇ ਜੋ ਵੀ ਫੋਕਸ ਪੁਆਇੰਟਸ ਹੈਗੇ ਨੇ, ਉਹਨਾਂ ਤੇ ਆਪਣਾ ਸੱਚਾ ਸੁੱਚਾ ਉੱਦਮ ਕਰਨਾ ਹੈ ਤੇ ਆਪਣੇ ਉੱਦਮ, ਆਪਣਾ ਫੋਕਸ ਰੱਖਣਾ, ਲਾਈਫ ਨੂੰ ਬਿਗਰ ਵੇਖਣਾ ਹੈ। ਤੇ ਛੋਟੀ ਛੋਟੀਆਂ ਆਪਣੇ ਜਿਹੜੀਆਂ ਤੁਹਾਨੂੰ ਲੱਗ ਰਿਹਾ ਕਿ ਸਾਡੇ ਅਕੋਰਡਿੰਗਲੀ ਨਹੀਂ ਚੱਲ ਰਿਹਾ, ਉਹਦੇ ਤੇ ਆਪਣੇ ਆਪ ਨੂੰ ਬਰਨ ਆਊਟ ਨਹੀਂ ਕਰਨਾ, ਸਟ੍ਰੈਸ ਨਹੀਂ ਹੋਣਾ। ਤੇ ਜਿਹੜਾ ਆਪਾਂ ਰੋਜ਼ ਦੀ ਬੰਦੇ ਖੋਜ ਦਿਲ ਹਰ ਰੋਜ਼, ਜਿਹੜੀ ਰੋਜ਼ ਦੀ ਇੰਟਰੋਸਪੈਕਸ਼ਨ ਹੈਗੀ ਹੈ ਕਿ ਮੈਨੂੰ ਕੀ ਚੰਗਾ ਲੱਗਦਾ ਹੈ, ਕੀ ਮੇਰੀ ਸਟਰੈਂਥ ਹੈ, ਕੀ ਮੇਰੀ ਵੀਕਨੈਸ ਹੈ, ਜੇ ਆਪਾਂ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਦਾਂਗੇ ਤੇ ਬਾਣੀ ਕੋਲ ਹਰ ਗੱਲ ਦਾ ਜਵਾਬ ਹੈ। ਇਹ ਜਦੋਂ ਮੈਂ ਵੀ 8ਵੀਂ 9ਵੀਂ ਵਿੱਚ ਸੀਗੀ, ਮੈਨੂੰ ਵੀ ਸਾਰੇ ਵੱਡੇ ਕਹਿੰਦੇ ਸੀਗੇ ਕਿ ਬਾਣੀ ਗੱਲਾਂ ਕਰਦੀ ਹੈ, ਬਾਣੀ ਸਭ ਨਾਲ ਹਰ ਚੀਜ਼ ਦਾ ਜਵਾਬ ਹੈਗਾ, ਲਾਈਫ ਦੀ ਹਰ ਪ੍ਰੋਬਲਮ ਦਾ। ਪਰ ਮੈਂ ਐਜ਼ ਅ ਸਟੂਡੈਂਟ ਬੜੀ ਕਨਫਿਊਜ਼ ਸੀਗੀ ਕਿ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਪਹਿਲਾਂ ਤਾਂ ਜਿੱਦਾਂ ਬਾਣੀ ਲਿਖੀ ਗਈ ਹੈ, ਤੇ ਮੈਂ ਸਵਾਲ ਕਿੱਦਾਂ ਕਰਾਂ ਤੇ ਜਵਾਬ ਕਿੱਦਾਂ ਦੇਵਾਂ। ਬਟ ਇਹ ਮੰਨਣ ਵਾਲੀ ਗੱਲ ਹੈ, ਮੈਂ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ ਇੱਥੇ ਕਿ ਜਿਵੇਂ ਜਿਵੇਂ ਅਸੀਂ ਬਾਣੀ ਪੜ੍ਹਦੇ ਜਾਵਾਂਗੇ, ਜਿਵੇਂ ਜਿਵੇਂ ਸਮਝਦੇ ਜਾਵਾਂਗੇ, ਤੇ ਉਹ ਬਾਣੀ ਪੜ੍ਹਨ ਵਾਲੇ ਨਾਲ, ਉਸ ਸੰਗਤ ਨਾਲ ਸਾਂਝ ਪਾਵਾਂਗੇ, ਜਿਵੇਂ ਵੀਰ ਜੀ ਨੇ ਕਿਹਾ, ਤੇ ਉਹ ਸਾਨੂੰ ਆਪਣੇ ਆਪ ਸਮਝ ਆਉਣਾ ਸ਼ੁਰੂ ਹੋ ਜਾਏਗਾ, ਉਸ ਔਰਾ ਦਾ ਸਾਡੇ ਤੇ ਇਫੈਕਟ ਆਉਣਾ ਸ਼ੁਰੂ ਹੋ ਜਾਏਗਾ। ਇਟਸ ਵੈਰੀ ਨੈਚੁਰਲ। ਤੇ ਆਪਾਂ ਇਹ ਯਾਦ ਰੱਖਣਾ ਹੈ ਕਿ ਵੱਡੇ ਪਰਸਪੈਕਟਿਵ ਨੂੰ ਵੇਖੀਏ, ਆਪਣੀ એનર્ਜੀ ਉਹਨਾਂ ਚੀਜ਼ਾਂ ਵੱਲ ਖਰਾਬ ਨਾ ਕਰੀਏ ਜਿੱਥੇ ਲੋੜ ਨਹੀਂ ਹੈਗੀ, ਆਪਣੇ ਉਦਮ ਨੂੰ ਸੱਚਾ ਸੁੱਚਾ ਰੱਖੀਏ ਐਂਡ ਬਾਣੀ ਨਾਲ ਜੁੜੇ ਰਹਿਣਾ। ਉਹ ਤੋਂ ਸੇਧ ਆਪਣੇ ਆਪ ਮਿਲੂਗੀ, ਆਪਣੇ ਆਪ ਬੋਲਣਾ ਸ਼ੁਰੂ ਹੋਊਗੀ। ਮੈਨੂੰ ਕਹਿੰਦੇ ਸੀ ਸਾਰੇ ਆਪਣੇ ਆਪ, ਬਟ ਹੁਣ ਮੈਨੂੰ ਰਿਅਲਾਈਜ਼ ਹੋਇਆ ਕਿ ਹਾਂ, ਉਹ ਆਪਣੇ ਆਪ ਕਿਵੇਂ ਬੋਲਦੀ ਹੈ, ਕਿਵੇਂ ਸਮਝ ਆਉਂਦਾ ਹੈ। ਸੋ ਇਟਸ ਵੈਰੀ ਗੁੱਡ ਟੂ ਟਾਕ ਟੂ ਯੂ ਵੀਰ ਜੀ। ਹੁਣ ਤੁਸੀਂ ਬੱਚਿਆਂ ਵਾਸਤੇ ਜੇ ਕੋਈ ਪ੍ਰੋਫੈਸ਼ਨਲ, ਪਰਸਨਲ, ਕੋਈ ਵੀ ਇਹੋ ਜਿਹੇ ਮੈਸੇजेस ਜਾਂ ਇਹੋ ਜਿਹੀ ਕੋਈ ਚੀਜ਼ ਜਿਹੜੀ ਤੁਹਾਨੂੰ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਯਾਦ ਆਉਂਦੀ ਹੈ, ਬੜੇ ਆਫਨਲੀ, ਕਈ ਵਾਰ ਜਿੱਦਾਂ ਮੈਂ ਆਪਣੀ ਪਰਸਨਲ ਗੱਲ ਕਰਾਂ ਕਿ ਆਫਨਲੀ ਸਾਨੂੰ ਬੜਾ ਕੋਈ ਤੁਕਾਂ ਹੁੰਦੇ ਆ, ਕੁਝ ਇਹੋ ਜਿਹੇ ਮੈਸੇजेस ਗੁਰਬਾਣੀ 'ਚ ਬੜੇ ਨਿਕਲ ਕੇ ਬਾਹਰ ਆਉਂਦੇ ਨੇ, ਜਿਹੜੇ ਪਰਸਨਲੀ ਬੜਾ ਇਫੈਕਟ ਕਰਦੇ ਨੇ, ਤੇ ਉਹ ਤੁਹਾਨੂੰ ਰੋਜ਼ ਦੀ ਲਾਈਫ ਵਿੱਚ ਯਾਦ ਆਉਂਦੇ ਰਹਿੰਦੇ ਨੇ, ਤੁਹਾਨੂੰ ਸੇਧ ਦਿੰਦੇ ਰਹਿੰਦੇ ਨੇ। ਤੁਸੀਂ ਏਦਾਂ ਦਾ ਕੁਝ ਬੱਚਿਆਂ ਨਾਲ ਸ਼ੇਅਰ ਕਰਨਾ ਚਾਹੋਗੇ, ਕੋਈ ਕੀ ਮੈਸੇजेस ਬੱਚਿਆਂ ਵਾਸਤੇ? ਹਾਂਜੀ ਵੀਰ ਜੀ, ਮੇਰੀ ਆਵਾਜ਼ ਆ ਰਹੀ ਹੈ? ਆਈ ਥਿੰਕ ਵੀਰ ਜੀ ਮਿਊਟ ਤੇ ਨੇ। ਵੀਰ ਜੀ ਪਲੀਜ਼ ਅਨਮਿਊਟ ਕਰ ਲਓ। ਪਲੀਜ਼। Okay, ਹਾਂਜੀ sorry. ਹਾਂਜੀ। Yeah. So I think ਜੇ ਅਸੀਂ ਚੀਜ਼ਾਂ ਨੂੰ ਸਮਰਾਈਜ਼ ਕਰਨ ਦੀ ਕੋਸ਼ਿਸ਼ ਕਰੀਏ from the perspective of a professional life, ਤੇ ਮੈਂ ਗੁਰਬਾਣੀ ਨੂੰ ਕਿਵੇਂ ਉਹਦੇ ਵਿੱਚ ਆਪਣੀ ਲਾਈਫ ਦੇ ਵਿੱਚ ਢਾਲ ਕੇ ਚੱਲਦਾ, ਰਾਈਟ। ਐਂਡ ਆਫ ਦਾ ਡੇ ਇਟ ਇਜ਼ ਜਿੱਥੇ ਪ੍ਰੋਫੈਸ਼ਨਲ ਲਾਈਫ ਦੀ ਗੱਲ ਹੈ, ਇਟ ਇਜ਼ ਸੌਰਟ ਆਫ ਅ ਨੈਚੁਰਲ ਥਿੰਗ। ਮਤਲਬ ਬਹੁਤ ਹੀ ਸੁਭਾਵਿਕ ਹੈ ਕਿ ਮੈਨੂੰ ਕੰਮ ਕਰਨਾ ਹੈ ਐਂਡ ਆਈ ਹੈਵ ਟੂ ਅਰਨ ਮਾਈ ਲਿਵਿੰਗ, ਰਾਈਟ। ਨੂੰ ਇਹ ਤੋਂ ਜ਼ਿਆਦਾ ਵੱਡਾ ਨਾ ਬਣਾਇਆ, ਰਾਈਟ। ਜਿਵੇਂ ਅਸੀਂ ਕਿਸੇ ਵੀ ਜਾਨਵਰ ਨੂੰ ਦੇਖਦੇ ਹਾਂ, ਕਿਸੇ ਵੀ ਪਸ਼ੂ ਪੰਛੀ ਨੂੰ ਦੇਖਦੇ ਹਾਂ, ਉਹ ਆਪਣੀ ਲਿਵਿੰਗ ਅਰਨ ਕਰਦੇ ਹੈ, ਜਸਟ ਲਾਈਕ ਉਡਾਰੀ ਮਾਰੀ, ਭੁੱਖ ਹੈ ਉਹਨਾਂ ਖਾ ਲਿਆ, ਰਾਈਟ। ਜਾਂ ਜੇ ਸ਼ੇਰ ਦੀ ਗੱਲ ਲਈਏ, ਜਿੰਨੀ ਭੁੱਖ ਹੈ ਉਹਨਾਂ ਸ਼ਿਕਾਰ ਕਰ ਲਿਆ, right? We would never look at doing bigger things than that. He would rather spend time
ਬਾਕੀ ਜਿਹੜਾ ਰਹਿ ਗਿਆ ਉਹ ਇੰਜੋਇੰਗ ਵਿਦ ਦ ਨੇਚਰ ਹੈ, ਰਾਈਟ। ਸੋ ਇਸ ਚੀਜ਼ ਨੂੰ ਮੈਂ ਇਸ ਤੋਂ ਵੱਡਾ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰਾਂ, ਜਸਟ ਆਪਣਾ ਬੈਸਟ ਸਟੈਪ ਰੱਖਾਂ, ਜਿੰਨਾ ਮੇਰਾ ਐਫਰਟ ਹਿੰਮਤ ਹੈਗੀ ਹੈ ਮੈਂ ਉਸ ਚੀਜ਼ ਤੇ ਲਗਾਵਾਂ। ਜਿਹੜੀ ਰਿਜ਼ਕ ਹੈ ਉਹ ਸਾਰਿਆਂ ਲਈ ਅਵੇਲੇਬਲ ਹੈ, ਤਾਂ ਹੀ ਅਸੀਂ ਇਸ ਲਾਈਫ ਦੇ ਵਿੱਚ ਪਹੁੰਚੇ ਹੋਏ ਹਾਂ, ਰਾਈਟ। ਜੇ ਅਸੀਂ ਇਹਨੂੰ ਇਸ ਪਰਸਪੈਕਟਿਵ ਦੇ ਵਿੱਚ, ਜਿੰਨੀ ਕੁ ਮੇਰੀ ਸਮਝ ਹੈ, ਇਸ ਪਰਸਪੈਕਟਿਵ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਲਾਂਗੇ ਤਾਂ ਸਾਡਾ ਬਰਨ ਰੇਟ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ, ਰਾਈਟ। ਐਂਡ ਆਫ ਦਾ ਡੇ ਮੈਨੂੰ ਪਰਸਨਲੀ ਐਵੇਂ ਲੱਗਦਾ ਹੈ ਕਿ ਮੈਂ ਹੋਰ ਚੀਜ਼ਾਂ ਵਿੱਚ ਆਪਣੇ ਆਪ ਨੂੰ ਇੰਨਾ ਬਰਨ ਕਰ ਲੈਂਦਾ ਕਿ ਮੈਂ ਗੁਰਬਾਣੀ ਨੂੰ ਸਮਝਣ ਦੀ ਸ਼ਮਤਾ ਲੂਜ਼ ਕਰਦਾ ਰਹਿੰਦਾ, ਰਾਈਟ। ਸੋ ਇਫ ਆਈ ਟਰਨ ਅਰਾਊਂਡ ਮਾਈ ਸੈਲਫ, ਮੈਂ ਆਪਣੇ ਆਪ ਨੂੰ ਸਿੱਧਾ ਕਰ ਲਵਾਂ ਕਿ ਮੈਂ ਆਪਣਾ ਬਰਨ ਰੇਟ ਬਾਕੀ ਚੀਜ਼ਾਂ ਤੋਂ ਘਟਾ ਲਵਾਂ, ਤਾਂ ਕਿ ਜਿੰਨੀ ਕੁ ਮੇਰੀ ਸਮਝ ਰਹਿ ਜਾਵੇ ਉਹ ਮੈਂ ਗੁਰਬਾਣੀ ਤੇ ਲਗਾ ਕੇ ਗੁਰਬਾਣੀ ਦੀ ਅੰਡਰਸਟੈਂਡਿੰਗ ਕ੍ਰੀਏਟ ਕਰ ਲਵਾਂ। ਆਈ ਥਿੰਕ ਉਹ ਜ਼ਿੰਦਗੀ ਨੂੰ ਸਮਝਣ ਵਿੱਚ ਆਸਾਨ ਹੋ ਜਾਣਗੀਆਂ ਮੈਨੂੰ ਚੀਜ਼ਾਂ, ਰਾਈਟ। ਤੇ ਜਿੱਥੇ ਤੱਕ ਗੁਰਬਾਣੀ ਦੀ ਗੱਲ ਹੈ, ਵਿਦ ਇਨ ਆਲ ਦਿਸ ਜਿੰਨਾ ਮੈਂ ਗੁਰਬਾਣੀ ਨਾਲ ਸਾਂਝ ਪਾ ਲਾਂਗਾ, ਜਿੰਨਾ ਕੁ ਮੈਂ ਕਲੋਜ਼ ਹੋ ਜਾਵਾਂਗਾ, ਜਿੰਨਾ ਕੁ ਪੜ੍ਹ ਸਮਝ ਲਵਾਂਗਾ, ਉਨੀ ਜ਼ਿਆਦਾ ਹੀ ਆਟੋਮੈਟਿਕਲੀ ਮੇਰੀ ਡਾਇਰੈਕਸ਼ਨ ਜਿਹੜੀ ਹੈ ਉਹ ਰਾਈਟ ਹੋਣੀ ਸ਼ੁਰੂ ਹੋ ਜਾਏਗੀ। ਆਈ ਵਿਲ ਫਾਲ ਔਨ ਦ ਰਾਈਟ ਪਲੇਸ, ਰਾਈਟ। ਸੋ ਰਾਦਰ ਦੈਨ ਕਿ ਕਿਸੇ ਰਿਸਟ੍ਰਿਕਸ਼ਨ ਜਾਂ ਕਿਸੇ ਬੰਦਿਸ਼ ਚੋਂ ਮੈਂ ਗੁਰਬਾਣੀ ਨੂੰ ਜਾਂ ਕਿਸੇ ਵੀ ਰਿਲੀਜੀਅਸ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਦੀ ਬਜਾਏ ਜੇ ਮੈਂ ਦਿਲੋਂ ਮਨੋਂ ਉਹਨੂੰ ਫੋਲੋ ਕਰਨ ਲੱਗ ਜਾਵਾਂਗਾ, ਆਟੋਮੈਟਿਕਲੀ ਮੇਰੀ ਡਾਇਰੈਕਸ਼ਨ ਜਿਹੜੀ ਉਹ ਠੀਕ ਹੋਣੀ ਸ਼ੁਰੂ ਹੋ ਜਾਏਗੀ। ਹਾਂਜੀ, ਥੈਂਕ ਯੂ ਵੀਰ ਜੀ। ਸਾਨੂੰ ਸਭ ਨੂੰ ਮਤਲਬ ਤੁਹਾਡੀ ਗੱਲਬਾਤ ਤੋਂ ਇਹ ਸਮਝਣਾ ਚਾਹੀਦਾ ਹੈ ਕਿ ਵੀ ਸ਼ੁੱਡ ਨੋ ਵੇਅਰ ਟੂ ਪੁੱਟ ਦੀ ਐਫਰਟ। ਆਪਣਾ ਜਿਹੜਾ ਉਦਮ, ਜਿਹੜਾ ਅਸੀਂ ਟੌਪਿਕ ਲੈ ਕੇ ਚੱਲ ਰਹੇ ਹਾਂ, ਸਾਰੇ ਸਟੂਡੈਂਟਸ ਭਾਵੇਂ 8ਵੀਂ 9ਵੀਂ 10ਵੀਂ ਦੀ ਸਟੇਜ ਵਿੱਚ ਨੇ, ਇੰਨੇ ਅਸੀਂ ਮੈਚੁਰ ਹੋ ਚੁੱਕੇ ਹਾਂ ਕਿ ਅਸੀਂ ਸਮਝ ਲਈਏ ਕਿ ਉਦਮ ਕਰਨ ਦੀ ਕੀ ਸਾਡੀ ਐਫਰਟ ਜਿਹੜੀ ਐਫਰਟ ਅਸੀਂ ਕਰਦੇ ਹਾਂ ਉਹਦੀ ਕੀ ਡਾਇਰੈਕਸ਼ਨ ਹੋਣੀ ਚਾਹੀਦੀ ਆ, ਅਸੀਂ ਕਿੱਥੇ ਆਪਣਾ ਕਿੰਨਾ ਫੋਕਸ ਕਰਨਾ ਹੈ, ਕਿੱਥੇ ਅਸੀਂ ਫੋਕਸ ਲਾਉਣਾ ਹੈ, ਤੇ ਲਾਈਫ ਨੂੰ ਵੱਡਾ ਪਰਸਪੈਕਟਿਵ ਲੈ ਕੇ ਚੱਲਣਾ ਹੈ, ਛੋਟਾ ਛੋਟਾ ਲੈ ਕੇ ਨਹੀਂ ਚੱਲਣਾ। ਜਿੱਦਾਂ ਲਾਈਫ ਲੈ ਕੇ ਜਾਂਦੀ ਹੈ ਉਸੇ ਫਲੋ ਵਿੱਚ ਜਾਓ, ਬਟ ਆਪਣੀ ਨੇਕੀ ਨਾਲ ਚੱਲਦੇ ਰਹੋ। ਗੁਰਬਾਣੀ ਸਦਾ ਨਾਲ ਚੱਲਣ ਵਾਲੀ ਚੀਜ਼ ਹੈ, ਸਦਾ ਨਾਲ ਚੱਲਣਾ ਹੈ। ਮੈਨੂੰ ਆਪਣਾ ਐਕਸਪੀਰੀਅੰਸ ਜੇ ਮੈਂ ਸ਼ੇਅਰ ਕਰਾਂ ਤੇ ਬਹੁਤ ਵਾਰੀ ਜਿੱਦਾਂ ਬੰਦਾ ਖਿਝ ਜਾਂਦਾ ਆ, ਆਪਾਂ ਥੱਕ ਜਾਂਦੇ ਆ ਜਾਂ ਆਪਾਂ ਗਿਵ ਅਪ ਕਰਨ ਦੀ ਸਿਚੁਏਸ਼ਨ 'ਚ ਵੀ ਹੁੰਦੇ ਆ, ਤੇ ਬਾਣੀ ਉਸੇ ਵੇਲੇ ਠੰਡ ਪਾਉਂਦੀ ਹੈ, ਸ਼ਾਂਤੀ ਦਿੰਦੀ ਹੈ। ਤੇ ਆਪਣੇ ਜਦੋਂ ਵੀ ਕੋਈ ਵੀ ਬਾਣੀ ਦੇ ਸ਼ਬਦ ਪੜ੍ਹ ਲਓ, ਉਹ ਬਿਗਰ ਪਰਸਪੈਕਟਿਵ ਸਾਨੂੰ ਸ਼ੋ ਕਰਦੀ ਹੈ ਕਿ ਨਹੀਂ, ਇੰਨੀ ਚੀਜ਼ ਨਹੀਂ ਹੈ, ਬਹੁਤ ਵੱਡੀ ਚੀਜ਼ ਹੈ। ਮੈਨੂੰ ਇੱਥੇ ਮੈਂ ਇੱਕ ਸਟੋਰੀ ਸ਼ੇਅਰ ਕਰਨਾ ਚਾਹਾਂਗੀ। ਪਿਤਾ ਜੀ ਇੱਕ ਸਟੋਰੀ ਸੁਣਾਇਆ ਕਰਦੇ ਸੀ, ਇੱਕ ਛਿਪਕਲੀ ਦੀ, ਇੱਕ ਕੋੜ ਕਿੱਲੀ ਦੀ। ਇੱਕ ਛੱਤ ਤੇ ਦੋ ਛਿਪਕਲੀਆਂ ਉੱਤੇ ਲੱਗੀਆਂ ਹੁੰਦੀਆਂ, ਤੇ ਇੱਕ ਉੱਥੇ ਕੋਈ ਕੀੜਾ ਮਕੌੜਾ ਹੁੰਦਾ ਹੀ ਨਹੀਂ ਖਾਣ ਵਾਸਤੇ, ਉਹ ਵੇਟ ਕਰ ਰਹੀ ਹੈ ਕਿ ਕੋਈ ਆ ਨਹੀਂ ਰਹੀ। ਤੇ ਇੱਕ ਜਿਹੜੀ ਛਿਪਕਲੀ ਦੂਜੀ ਨੂੰ ਕਹਿੰਦੀ ਹੈ ਕਿ ਭੈਣ ਬਾਹਰ ਨਾ ਬਹੁਤ ਕੀੜੇ ਨੇ, ਬਾਹਰ ਲਾਈਟ ਹੈ, ਬੜੇ ਸਾਰੇ ਕੀੜੇ ਨੇ, ਚੱਲ ਬਾਹਰ ਚੱਲੀਏ, ਇਸ ਛੱਤ ਤੋਂ ਨਿਕਲ ਕੇ ਬਾਹਰ ਚੱਲੀਏ, ਬਾਹਰ ਸਾਨੂੰ ਬਹੁਤ ਖਾਣ ਨੂੰ ਮਿਲੇਗਾ। ਤੇ ਉਹ ਪਹਿਲੀ ਵਾਰੀ ਦੂਜੀ ਨੂੰ ਕਹਿੰਦੀ ਹੈ ਕਿ ਚਲੀ ਤਾਂ ਮੈਂ ਜਾਵਾਂ ਖਾਣ, ਪਰ ਜੇ ਮੈਂ ਇੱਥੋਂ ਹਿੱਲ ਗਈ ਤਾਂ ਇਹ ਛੱਤ ਤੇ ਮੇਰੇ ਉੱਤੇ ਡਿੱਗ ਪੈਣੀ ਆ। ਤੇ ਮਤਲਬ ਇਹ ਸਾਡੀ ਲਾਈਫ ਦੀ ਸਿਚੁਏਸ਼ਨ ਵੀ, ਮੈਨੂੰ ਇਹ ਪਿਤਾ ਜੀ ਦੀ ਸੁਣਾਈ ਗਈ ਕਹਾਣੀ ਕਦੀ ਨਹੀਂ ਭੁੱਲਦੀ। ਜਦੋਂ ਵੀ ਮੈਨੂੰ ਲੱਗਦਾ ਕਿ ਮੈਂ ਇੰਨੀ ਐਫਰਟ ਪਾ ਰਹੀ ਹਾਂ, ਕਿਉਂ ਨਹੀਂ ਹੋ ਰਿਹਾ, ਉੱਧਰ ਆਪਣਾ ਲਾਇਆ ਸਾਰਾ, ਉਹ ਇੱਕ ਛੋਟੇ ਜਿਹੇ ਜਗ੍ਹਾ ਤੇ ਆਪਣਾ ਪੂਰਾ ਫੋਕਸ ਲਾਇਆ। ਤੇ ਉਹੀ ਕੋੜ ਕਿੱਲੇ ਵਾਲੀ ਕਹਾਣੀ ਹਮੇਸ਼ਾ ਯਾਦ ਆਉਂਦੀ ਹੈ ਕਿ ਕੋਈ ਵੀ ਇੰਨੀ ਵੱਡੀ ਗੱਲ ਜਿੱਥੇ ਆਪਾਂ ਆਪਣਾ ਫੋਕਸ ਸਾਰਾ ਲਾਤਾ, ਮੂਵ ਆਊਟ ਆਫ ਇਟ। ਬਹੁਤ ਵੱਡਾ ਪਰਸਪੈਕਟਿਵ ਹੈਗਾ, ਉਹਨੂੰ ਲੈ ਕੇ ਚੱਲੋ, ਤਾਂ ਕਰਕੇ ਕਿਸੇ ਨੇ ਵੀ ਆਪਣੀ ਜ਼ਿੰਦਗੀ 'ਚ ਕੋੜ ਕਿੱਲੀ ਨਹੀਂ ਬਣਨਾ ਕਿ ਜੋ ਵੀ ਹੋ ਰਿਹਾ ਉਹ ਮੇਰੇ ਕਰਕੇ ਹੀ ਹੋ ਰਿਹਾ ਤੇ ਮੈਂ ਹੀ ਕਰਨਾ। ਗੁਰੂ ਸਾਹਿਬ, ਕੁਦਰਤ ਦਾ ਹੁਕਮ ਵੀ ਹੈ, ਗੁਰੂ ਦਾ ਹੁਕਮ ਵੀ ਹੈ, ਜਿਹਦੇ ਵਿੱਚ ਅਸੀਂ ਚੱਲਣਾ ਹੈ। ਆਪਣੇ ਆਪ ਨੂੰ ਉੱਥੇ ਸਰੈਂਡਰ ਵਾਲੀ ਭਾਵਨਾ ਵੀ ਲੈ ਕੇ ਆਉਣੀ, ਤੇ ਜਿੱਦਾਂ ਜਿੱਦਾਂ ਹੁਕਮ ਹੈ, ਜਿੱਥੇ ਜਿੱਥੇ ਹੁਕਮ ਹੈ, ਉੱਥੇ ਆਪਣਾ ਜਿਹੜਾ ਉਦਮ ਹੈ ਉਹ ਪੂਰੀ ਸੱਚਾਈ ਦੇ ਨਾਲ ਪਾਉਣਾ। ਸਾਨੂੰ ਵੀਰ ਜੀ ਦੀਆਂ ਗੱਲਾਂ ਤੋਂ ਵੀ ਅੱਜ ਉਹੀ ਸਮਝ ਆਇਆ। ਤੇ ਆਪਣੀ ਲਾਈਫ ਨੂੰ ਉਸੇ ਤਰ੍ਹਾਂ ਚੱਲੋ, ਓਟ ਆਸਰਾ ਲੈ ਕੇ ਚੱਲੋ, ਤੇ ਆਪਣੇ ਡੋਂਟ ਵੇਟ ਫॉर ਦੇ ਰਿਜ਼ਲਟਸ, ਜਸਟ ਵੇਖੋ ਕਿ ਹੁਣ ਮੇਰਾ ਕੀ ਐਫਰਟ ਚੱਲ ਰਿਹਾ, ਤੇ ਉਹ ਮੇਰਾ ਨੇਕ ਹੋਣਾ ਚਾਹੀਦਾ ਹੈ। ਜਿਹੜੀ ਵੀ ਚੀਜ਼ ਬਾਣੀ ਤੋਂ ਦੂਰ ਲੈ ਕੇ ਜਾ ਰਹੀ ਆ ਉਹ ਗਲਤ ਆ। ਮਤਲਬ ਮੈਨੂੰ ਇਹ ਵੀ ਵੀਰ ਜੀ ਦਾ ਹੀ ਸਮਝਾਇਆ ਹੋਇਆ ਯਾਦ ਹੈ ਕਿ ਜੇ ਅਸੀਂ ਟੁੱਟ ਗਏ ਕਿਸੇ ਵੀ ਚੀਜ਼ ਵਿੱਚ, ਇੰਨੇ ਇਨਵੋਲਵ ਹੋ ਗਏ ਕਿ ਬਾਣੀ ਤੋਂ ਟੁੱਟ ਗਏ, ਅਸਲੀ ਲਾਈਫ ਤੋਂ ਟੁੱਟ ਗਏ, ਤੇ ਇਹਦਾ ਮਤਲਬ ਉਹ ਗਲਤ ਹੈ, ਉੱਥੇ ਐਫਰਟ ਪਾਉਣਾ ਨਹੀਂ, ਉੱਥੇ ਛੱਡ ਦਿਓ। ਇਹ ਵੀ ਮੈਨੂੰ ਵੀਰ ਜੀ ਦੀ ਕਹੀ ਹੋਈ ਗੱਲ ਹੀ ਯਾਦ ਹੈ, ਅੱਜ ਤੁਸੀਂ ਸਮਝਾਈ ਸੀਗੀ। ਸੋ ਮੈਂ ਇੱਥੇ ਫਿਰ ਇੱਕ ਵਾਰੀ ਸਟੂਡੈਂਟਸ ਨੂੰ ਰਿਕੁਐਸਟ ਕਰਾਂਗੀ, ਇਫ ਦੇयर ਇਜ਼ ਐਨੀ ਕੁਐਸਚਨ। ਮੈਨੂੰ ਹੁਣ ਤੱਕ ਇੱਕ ਵੀ ਸਵਾਲ ਨਹੀਂ ਆਇਆ ਕਿਸੇ ਵੱਲੋਂ, ਜੇ ਕੋਈ ਬੋਲਣਾ ਚਾਹੇ, ਯੂ ਕੈਨ ਅਨਮਿਊਟ ਯੋਰਸੈਲਫ
yourself and jump in. ਜੇ ਕੋਈ ਲਿਖ ਕੇ ਦੱਸਣਾ ਚਾਹੇ ਸਾਨੂੰ ਲਿਖ ਕੇ ਕੁਐਸਚਨ ਦੇ ਸਕਦੇ ਹੋ. We can have 2 more minutes. Otherwise ਮੇਰੇ ਵੱਲੋਂ ਸਵਾਲ ਇੰਨੇ ਹੀ ਸੀਗੇ. ਕਿਸੇ ਵੱਲੋਂ ਕੋਈ ਸਵਾਲ ਹੈ ਜੀ? क्वेश्चन आया है कि in the professional world did you face any challenges being Sabat Surat Gursikh? Okay. ਸਾਬਤ ਗੁਰਸਿੱਖ, ਹਾਂਜੀ. Answer is no, कि कोई challenge नहीं आया. ते I think again ये सारी खेड ਜਿਹੜੀ ਹੈਗੀ ਹੈ, it is all internal, right? Though I agree ਕਿ ਕਿਸੇ ਲੈਵਲ ਤੇ you know ਸਪੈਸ਼ਲੀ ਜਿਹੜੀਆਂ ਆਊਟ ਆਫ ਇੰਡੀਆ ਜੇ ਅਸੀਂ ਦੇਖੀਏ ਕੰਪਨੀਜ਼, ਹੋ ਸਕਦਾ ਉੱਥੇ ਬੁਲਿੰਗ ਦੇ ਸਕੂਲ ਦੇ ਵਿੱਚ ਜਾਂ ਆਫਿਸਿਸ ਦੇ ਵਿੱਚ there would be certain cases that would come up, right? So ਉਹ ਹੋ ਸਕਦਾ there are chances, but I feel ਮੇਰੀ ਲਾਈਫ ਦੇ ਵਿੱਚ ਏਦਾਂ ਕੁਛ ਨਹੀਂ ਹੋਇਆ, right? ਇਸ ਦੇ ਲਈ I think ਅਗੇਨ ਸੇਮ ਚੀਜ਼ ਹੈਗੀ ਹੈ ਕਿ ਜੇ ਮੈਂ ਸਾਬਤ ਸੂਰਤ ਜਿਹੜਾ ਮੈਂ ਪਹਿਰਾਵਾ ਮੇਨਟੇਨ ਕਰ ਰਿਹਾ, ਜੇ ਮੈਨੂੰ ਸਮਝ ਹੈ ਕਿ ਮੈਂ ਕਿਉਂ ਕਰ ਰਿਹਾ, ਰਾਈਟ, then bully would not make much of a difference to my life, right? So it is like कि you know मेरा कद छोटा है या ਵੱਡਾ है, bully ਤਾਂ ਕੋਈ ਕਿਸੇ ਵੀ ਪੁਆਇੰਟ ਤੇ ਕਰ ਸਕਦਾ, right? But if ਜੇ ਮੈਂ confident ਹੈਗਾ, ਜੇ ਮੇਰਾ ਰਾਬਤਾ ਆਪਣੇ ਆਪ ਨਾਲ ਬਣਿਆ ਹੋਇਆ, right, ਕਿ ਮੈਂ ਕਿਉਂ ਕਰ ਰਿਹਾ, I think ਉਹ bully ਹੋਣ ਦਾ ਕੋਈ ਪੁਆਇੰਟ ਨਹੀਂ, ਕਿਉਂਕਿ ਦੁਨੀਆ ਤਾਂ ਕਿਸੇ ਵੀ ਚੀਜ਼ ਤੇ bully ਕਰ ਸਕਦੀ ਹੈ ਕਿਸੇ ਨੂੰ, right? So I have seen ਬਹੁਤ ਜ਼ਿਆਦਾ ਲਰਨਡ ਬੰਦੇ, ਬਹੁਤ ਜ਼ਿਆਦਾ ਪੜ੍ਹੇ ਲਿਖੇ ਸਿਆਣੇ, ਆਪਣੀ ਲਾਈਫ ਦੀਆਂ ਸਾਰੀਆਂ ਮੁਹਾਰਤਾਂ ਹਾਸਲ ਕਰ ਲਈਆਂ ਜਿਨ੍ਹਾਂ ਨੇ, ਉਹ ਵੀ ਬੁਲੀ ਹੋ ਜਾਂਦੇ ਆ, ਰਾਈਟ? ਤੇ ਜੇ ਅਸੀਂ ਗੁਰਬਾਣੀ ਦਾ ਐਗਜ਼ਾਮਪਲ ਵੀ ਲਈਏ ਤੇ ਯੂ ਨੋ ਗੁਰੂ ਨਾਨਕ ਪਾਤਸ਼ਾਹ ਵੀ ਕੋਈ ਭੂਤ ਤੇ ਬੇਤਾਲਾ ਕਹਿ ਕੇ ਰੈਫਰ ਕਰ ਰਹੇ, ਸੋ ਥਿੰਗਸ ਕੈਨ ਹੈਪਨ, ਰਾਈਟ? ਬਟ ਜੇ ਮੈਂ ਕਲੀਅਰ ਆ ਲਾਈਫ ਦੇ ਵਿੱਚ ਕਿ ਮੈਂ ਕੀ ਕਰ ਰਿਹਾ ਤੇ ਕਿਉਂ ਕਰ ਰਿਹਾ, ਦੈਨ ਉਹ ਬੁਲੀ ਹੁੰਦੇ ਹੋਏ ਵੀ ਮੈਨੂੰ ਕਦੇ ਉਹ ਬੁਲੀ ਵਾਲਾ ਫਾਰਮ ਕਦੇ ਫੀਲ ਨਹੀਂ ਹੋਏਗਾ, ਰਾਈਟ? ਥੈਂਕ ਯੂ ਵੀਰ ਜੀ, ਥੈਂਕ ਯੂ ਸੋ ਮਚ. ਤੁਹਾਡੀਆਂ ਗੱਲਾਂ ਬਹੁਤ ਇਨਸਪਾਇਰਿੰਗ ਸੀਗੀਆਂ ਅੱਜ ਸਾਰੀਆਂ ਹੀ, ਮਤਲਬ ਫਿਰ ਤੋਂ ਇੱਕ ਵਾਰੀ ਸਭ ਨੂੰ ਯਾਦ ਕਰਵਾਉਣਾ ਕਿ ਵਾਟ ਇਜ਼ ਯੋਰ ਫੋਕਸ ਐਂਡ ਹਾਊ ਟੂ ਪ੍ਰੋਸੀਡ ਟੂਵਰਡਸ ਦੈਟ. ਤੇ ਆਈ ਥਿੰਕ ਬਹੁਤ ਹੈਲਪਫੁਲ ਹੈ ਸਾਰਿਆਂ ਵਾਸਤੇ, ਸਭ ਨੂੰ ਚੇਤੇ ਰੱਖਣਾ ਚਾਹੀਦਾ ਹੈ. ਤੇ ਸਾਡਾ ਟੌਪਿਕ ਵੀ ਚੱਲ ਰਿਹਾ ਉਦਮ ਦਾ. ਆਈ ਥਿੰਕ ਇਟਸ ਟਾਈਮ ਨਾਓ. ਟਾਈਮ ਮੈਨੂੰ ਪਲੀਜ਼ ਕੋਈ ਸੋ ਅੰਗਦ ਵੀਰ, ਹਾਂਜੀ ਟਾਈਮ ਹੋ ਚੁੱਕਾ ਹੈ ਜੀ. ਤੇ ਅਸੀਂ ਅਵਨੀਤ ਵੀਰ ਜੀ ਦਾ ਮੈਂ ਇੱਕ ਵਾਰੀ ਫਿਰ ਤੋਂ ਥੈਂਕ ਯੂ ਕਰੂੰਗੀ. ਅੰਗਦ ਵੀਰ ਜੀ, ਹਾਂਜੀ, थैंक यू सो मच. एंड जसदीप दी एंड अवनीत वीर जी, मैं एक चीज़ जरूर ऐड करना चाहना कि जे जसदीप जी दीदी ने अवनीत वीर जी को सीखा तो मैं जसदीप दीदी को सीखा. सो इट्स हयाकी जेड़ी बन रही है एंड बहुत ही ज़्यादा आनंद है. एंड अवनीत वीर जी ने बहुत ज़्यादा प्यार एंड सौखे तरीके नाल सानू समझाता कि गुरु किवें सहाई रहिंदा हर वेले हरदम साडे नाल. एंड बहुत ही वधिया. जे बच्चों के कोई सवाल नहीं है तो ठीक है, अदरवाइज असी अपने अपने रिस्पैक्टिव ग्रुप्स के अंदर जो है गेस्ट स्पीकर का सैशन होया उहदे बारे होर जे किसी के कोई इनपुट्स होण, पॉइंट्स होण, क्वेश्चनस होण, उत्थे लैके आ सकते हैं. एंड आपां फिर अवनीत वीर जी कोलों उहदे आंसर्स जरूर लैके आवांगे तुहाडे वास्ते. एंड विद दैट नोट आई थिंक वी कैन क्लोज इट. सारिਆਂ ਨੂੰ ਇੱਕ ਵਾਰ थैंक यू जसदीप जी, थैंक यू सो मच, इट्स गुड टू सी यू. अवनीत वीर जी फॉर योर टाइम. ਐਂਡ ਸਾਰੇ ਬੱਚਿਆਂ ਦਾ, ਸਾਰੇ ਪਾਰਟਿਸਪੈਂਟਸ ਦਾ ਜਿਹੜੇ ਟਾਈਮ ਕੱਢ ਕੇ ਜੁਆਇਨ ਕਰ ਸਕੇ. ਸੋ ਥੈਂਕ ਯੂ ਸੋ ਮਚ ਸਾਰਿਆਂ ਦਾ. ਐਂਡ ਵਾਹਿਗੁਰੂ ਜੀ ਕਾ ਖਾਲਸਾ, ਅੱਛਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ.